17 ਜੁਲਾਈ ਸਨਿਚਰਵਾਰ ਦਾ ਦੇਸ਼ ਪ੍ਰਦੇਸ਼ ਟੈਲੀਵਿਜ਼ਨ ਪ੍ਰੋਗਰਾਮ ਲੈ ਕੇ ਬਲਜਿੰਦਰ ਸਿੰਘ ਅਟਵਾਲ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਸਾਰੇ ਹੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਆਪ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਅੱਜ ਦਾ ਪ੍ਰੋਗਰਾਮ ਵਿਸ਼ੇਸ਼ ਪ੍ਰੋਗਰਾਮ ਹੋਵੇਗਾ ਕਿਉਂਕਿ ਇੱਕ ਬਹੁਤ ਕਲਾ ਦੇ ਖੇਤਰ ਦੀ ਮਹਾਨ ਸ਼ਖਸੀਅਤ ਪਿਛਲੇ ਦਿਨੀ ਸਾਨੂੰ ਸਦੀਵੀ ਵਿਛੋੜਾ ਦੇ ਗਈ, ਜਿਨ੍ਹਾਂ ਨੂੰ ਕਲਾ ਦਾ ਇੱਕ ਯੁੱਗ ਵੀ ਕਹਿ ਸਕਦੇ ਹਾਂ। ਦਲੀਪ ਕੁਮਾਰ ਸਾਹਿਬ ਨੂੰ ਯਾਦ ਕਰਦੇ ਹੋਏ ਦੋ ਖਾਸ ਸੈਗਮੈਂਟਸ ਸ਼ਾਮਲ ਕੀਤੇ ਜਾਣਗੇ, ਜਿਸ ਦੇ ਵਿੱਚ ਇੱਕ ਤਾਂ ਫਿਲਮਾਂ ਦੇ ਰਾਈਟਰ ਬਲਦੇਵ ਗਿੱਲ ਉਹਨਾਂ ਦੇ ਨਾਲ ਕੀਤੀ ਹੋਈ ਗੱਲਬਾਤ ਪੇਸ਼ ਕੀਤੀ ਜਾਵੇਗੀ ਤੇ ਦੂਸਰੇ ਸੈਗਮੈਂਟ ਦੇ ਵਿੱਚ ਸ਼ਾਮਲ ਹੋਣਗੇ ਫਿਲਮਾਂ ਦੇ ਐਕਟਰ ਤੇ ਡਾਇਰੈਕਟਰ ਅਮਤੋਜ ਮਾਨ ਹੋਣੀ। ਇਸ ਤੋਂ ਇਲਾਵਾ ਸਾਡੇ ਪ੍ਰੋਗਰਾਮ ਦੇ ਵਿੱਚ ਜਿਹੜਾ ਲੜੀਵਾਰ ਸਿੱਖ ਇਤਿਹਾਸ ਦੇ ਪੰਨਿਆਂ 'ਚੋਂ ਸੈਗਮੈਂਟ ਪੇਸ਼ ਕੀਤਾ ਜਾ ਰਿਹਾ ਹੈ, ਉਸ ਦੀ ਅਗਲੀ ਕੜੀ ਪੇਸ਼ ਕੀਤੀ ਜਾਵੇਗੀ ਅਤੇ ਗੀਤ ਸੰਗੀਤ ਵੀ ਹੋਵੇਗਾ। ਇਹ ਹੈ ਅੱਜ ਦਾ ਦੇਸ਼ ਪ੍ਰਦੇਸ਼ ਪ੍ਰੋਗਰਾਮ। ਦਲੀਪ ਕੁਮਾਰ ਸਾਹਿਬ ਬਾਰੇ ਗੱਲਬਾਤ ਕਰਨ ਲਈ, ਉਹਨਾਂ ਦੀਆਂ ਯਾਦਾਂ ਸਾਂਝੀਆਂ ਕਰਨ ਲਈ ਵਿਸ਼ੇਸ਼ ਸੈਗਮੈਂਟ ਦੇ ਵਾਸਤੇ ਮੈਂ ਸੋਚਿਆ ਕਿਸੇ ਐਸੀ ਸ਼ਖਸੀਅਤ ਦੇ ਨਾਲ ਗੱਲਬਾਤ ਕੀਤੀ ਜਾਵੇ ਜਿਹੜੇ ਉਹਨਾਂ ਨੂੰ ਨਿੱਜੀ ਤੌਰ ਤੇ ਜਾਣਦੇ ਸਨ, ਜਿਨ੍ਹਾਂ ਨੇ ਉਹਨਾਂ ਦੇ ਨਾਲ ਕੁਝ ਸਮਾਂ ਬਤੀਤ ਕੀਤਾ ਹੋਵੇ। ਫਿਲਮਾਂ ਦੇ ਰਾਈਟਰਸ ਦੇ ਵਿੱਚੋਂ ਜੇ ਗੱਲ ਕਰਦਾ ਹਾਂ ਤਾਂ ਬਲਦੇਵ ਗਿੱਲ, ਉਹਨਾਂ ਨੂੰ ਕੌਣ ਨਹੀਂ ਜਾਣਦਾ। ਚੰਨ ਪਰਦੇਸੀ, ਨਸੀਬੋ, ਵਾਰਿਸ ਔਰ ਇੱਥੇ ਬਸ ਨਹੀਂ, ਜੀ ਆਇਆਂ ਨੂੰ, ਜਗ ਜਿਉਂਦਿਆਂ ਦੇ ਮੇਲੇ, ਚਾਰ ਸਾਹਿਬਜ਼ਾਦੇ ਵਰਗੀਆਂ ਅਨੇਕਾਂ ਹੀ ਫਿਲਮਾਂ ਦੀ ਲੰਬੀ ਲਿਸਟ ਹੈ ਜਿਹੜੀਆਂ ਕਿ ਪੰਜਾਬੀ ਸਿਨੇਮੇ ਦੇ ਵਿੱਚ ਮੀਲ ਪੱਥਰ ਸਾਬਤ ਹੋਈਆਂ।
ਉਹਨਾਂ ਦੀ ਫਿਲਮ ਵਾਰਸ ਸੀ, ਜਿਸ ਨੂੰ ਵੇਖ ਕੇ ਦਲੀਪ ਕੁਮਾਰ ਸਾਹਿਬ ਬਹੁਤ ਹੀ ਪ੍ਰਭਾਵਿਤ ਹੋਏ ਸਨ ਔਰ ਉਹਨਾਂ ਨੇ ਬਲਦੇਵ ਗਿੱਲ ਹੁਣਾਂ ਨੂੰ ਵਿਸ਼ੇਸ਼ ਤੌਰ ਤੇ ਆਪਣੀ ਫਿਲਮ ਕਲਿੰਗਾ ਦੇ ਡਾਇਲੌਗ ਲਿਖਣ ਦੇ ਵਾਸਤੇ ਬੰਬੇ ਸੱਦਿਆ ਤੇ ਬਲਦੇਵ ਗਿੱਲ ਹੁਣੀ ਕਾਫੀ ਲੰਮਾ ਸਮਾਂ ਉਸ ਪ੍ਰੋਜੈਕਟ ਦੇ ਕਰਕੇ ਦਲੀਪ ਕੁਮਾਰ ਸਾਹਿਬ ਦੇ ਸੰਪਰਕ ਦੇ ਵਿੱਚ ਰਹੇ। ਉਹਨਾਂ ਦੇ ਨਾਲ ਬਹੁਤ ਲੰਮਾ ਸਮਾਂ ਉਹਨਾਂ ਨੇ ਬਿਤਾਇਆ ਤੇ ਸੋਚਿਆ ਕਿਉਂ ਨਾ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਪਿਛਲੇ ਦਿਨੀ ਉਹ ਮੇਰੇ ਰੇਡੀਓ ਪ੍ਰੋਗਰਾਮ ਸੁਰ ਪੰਜਾਬ ਦੇ ਵਿੱਚ ਸ਼ਾਮਲ ਹੋਏ ਸਨ। ਉਹ ਵਿਸ਼ੇਸ਼ ਗੱਲਬਾਤ ਅੱਜ ਅਸੀਂ ਆਪਣੇ ਦੇਸ਼ ਪ੍ਰਦੇਸ਼ ਦੇ ਦਰਸ਼ਕਾਂ ਦੇ ਵਾਸਤੇ ਪੇਸ਼ ਕਰਨ ਜਾ ਰਹੇ ਹਾਂ। इस बाजी में ये थी मेरी पहली चाल जीकी। बाकी अब 3 चालें, 3 इक्के और तुम तीनों की जिंदगी। पहली बाजी तुम जीते थे जेके, ये बाजी अब मैं जीतूंगा। ਗਿੱਲ ਸਾਹਿਬ ਮਹਾਰਥੀ ਫਿਲਮ ਇੰਡਸਟਰੀ ਦੇ ਬਿਲਕੁਲ ਜੇ ਕਹੀਏ ਜੀ ਬੇਤਾਜ ਬਾਦਸ਼ਾਹ ਸਨ। ਅੱਜ ਫਿਲਮ ਇੰਡਸਟਰੀ ਦਾ ਰਾਜਾ ਤੁਰ ਗਿਆ ਜੀ। ਬਿਲਕੁਲ ਜੀ, ਬਹੁਤ ਕਾਫੀ ਦੇਰ ਤੋਂ ਬਿਮਾਰ ਸੀ ਜੀ ਇਸ ਤੋਂ ਪਹਿਲਾਂ ਕਿ ਆਪਾਂ ਤੁਹਾਡੇ ਜਿਹੜੇ ਨਿੱਜੀ ਉਹਨਾਂ ਦੇ ਨਾਲ ਤੁਸੀਂ ਉਹਨਾਂ ਦੇ ਨਾਲ ਸੰਪਰਕ ਦੇ ਵਿੱਚ ਰਹੇ ਹੋ, ਤੁਹਾਡੇ ਆਪਣੇ ਤਜਰਬੇ ਹੈਗੇ ਆ, ਉਹਨਾਂ ਦੀ ਗੱਲ ਕਰੀਏ ਤਾਂ ਇੱਕ ਬਰੀਫ ਜਿਹੀ ਜਾਣਕਾਰੀ ਜਿੰਨੀ ਕੁ ਸਰੋਤਿਆਂ ਦੇ ਨਾਲ ਦਰਸ਼ਕਾਂ ਦੇ ਨਾਲ ਤੁਸੀਂ ਸਾਂਝੀ ਕਰ ਸਕੋ। ਮੇਰਾ ਖਿਆਲ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਪਿਸ਼ਾਵਰ ਦੇ ਵਿੱਚ ਜਨਮ ਹੋਇਆ ਸੀ। ਪਿਸ਼ਾਵਰ ਤੋਂ ਸੀ। ਪਿਸ਼ਾਵਰ ਤੋਂ ਬਾਅਦ ਫਿਰ ਉਹ ਬੰਬੇ ਆ ਗਏ ਜੀ। ਬੰਬੇ ਆ ਕੇ ਮੇਰੇ ਖਿਆਲ ਸ਼ਾਇਦ ਉਹਨਾਂ ਦੇ ਘਰਦਿਆਂ ਨੂੰ ਵੀ ਨਹੀਂ ਸੀ ਪਤਾ ਕਿ ਜਦੋਂ ਫਿਲਮਾਂ ਦੇ ਵਿੱਚ ਕੰਮ ਕਰਨ ਲੱਗ ਗਏ ਜੀ ਤੇ ਹੌਲੀ ਹੌਲੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਬਹੁਤ ਲੰਬੀਆਂ ਕਹਾਣੀਆਂ ਇਹ ਜੀ ਮਤਲਬ ਕਿਵੇਂ ਉਹ ਆਏ, ਕਿਸ ਤਰ੍ਹਾਂ। ਸਭ ਤੋਂ ਜ਼ਿਆਦਾ ਨਜ਼ਦੀਕ ਸੀਗੇ ਉਹ ਪ੍ਰਿਥਵੀ ਰਾਜ ਕਪੂਰ ਫੈਮਿਲੀ ਦੇ, ਕਿਉਂਕਿ ਦੋਹੇ ਪਿਸ਼ਾਵਰ ਤੋਂ ਸੀ। ਉਹ ਬੈਕਗ੍ਰਾਉਂਡ ਉਹਨਾਂ ਦੀ ਸੇਮ ਸੀ। ਬੈਕਗ੍ਰਾਉਂਡ ਵੀ ਉਹਨਾਂ ਦੀ ਸੇਮ ਸੀ ਬਿਲਕੁਲ। ਤੇ ਕਿਹੜੀਆਂ ਫਿਲਮਾਂ ਤੁਹਾਡੇ ਜ਼ਿਹਨ ਦੇ ਵਿੱਚ ਆਉਣੀਆਂ ਜਿਹੜੀਆਂ ਕਿ ਤੁਸੀਂ ਸ਼ੁਰੂਆਤੀ ਫਿਲਮਾਂ ਤਾਂ ਬਹੁਤ ਦਾਗ ਹੋਈ, ਹਾਂਜੀ, ਔਰ ਦੇਵਦਾਸ ਜੀ, ਔਰ ਇਸ ਤਰ੍ਹਾਂ ਕਹਿੰਦੇ ਸੀ ਵੀ ਦਲੀਪ ਸਾਹਿਬ ਆਪ ਹੀ ਦੱਸਦੇ ਸੀਗੇ ਕਹਿੰਦੇ ਟ੍ਰੈਜਿਕ ਰੋਲ ਕਰਦੇ ਨੂੰ ਡਿਪਰੈਸ਼ਨ ਦੇ ਵਿੱਚ ਚਲੇ ਗਏ ਸੀ ਉਹ। ਅੱਛਾ ਜੀ। ਹਾਂ, ਫਿਰ ਡਾਕਟਰਾਂ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਵੀ ਤੁਸੀਂ ਇਸ ਤਰ੍ਹਾਂ ਕਰੋ, ਰਿਵਰਸ ਕਰੋ, ਹੁਣ ਵੀ ਕਾਮੇਡੀ ਫਿਲਮਾਂ ਕਰੋ। ਅੱਛਾ ਜੀ। ਹਾਂ, ਔਰ ਫਿਰ ਕਹਿੰਦੇ ਕਿ ਡਾਕਟਰ ਨੇ ਉਹਨਾਂ ਨੇ ਕਿਹਾ ਸੀ, ਡਾਕਟਰ ਦੇ ਕਹਿਣ ਤੇ ਫਿਰ ਰਾਮ ਔਰ ਸ਼ਾਮ, ਗੋਪੀ ਆਈਆਂ ਨਾ, ਲਾਈਟ ਫਿਲਮਾਂ ਆਈਆਂ ਜਿੰਨੀਆਂ ਵੀ, ਉਹ ਫਿਰ ਉਹ ਨਿਕਲੇ ਉਸ ਦੌਰ ਦੇ ਵਿੱਚੋਂ। ਦੇਖੋ ਜੀ, ਇਹ ਕਲਾ ਹੁੰਦੀ ਹੈ ਜਦੋਂ ਤੁਸੀਂ ਜਿਹੜਾ ਕਿਰਦਾਰ ਕਰ ਰਹੇ ਹੋ ਸੱਚਮੁੱਚ ਤੁਸੀਂ ਆਪਣੇ ਆਪ ਨੂੰ ਉਸ ਦੇ ਵਿੱਚ ਢਾਲ ਲੈਣਾ। ਬਿਲਕੁਲ। ਸੋ ਇਹ ਸਬੂਤ ਹੈ ਜੀ ਉਹਨਾਂ ਦੀ ਇਸ ਗੱਲ ਦਾ ਕਿ ਉਹਨਾਂ ਨੇ ਵਾਕਿਆ ਹੀ ਆਪਣੇ ਆਪ ਨੂੰ ਉਸ ਸਿਚੁਏਸ਼ਨ ਦੇ ਵਿੱਚ ਲੈ ਜਾਂਦੇ ਸੀ। ਸਿਚੁਏਸ਼ਨ ਤੇ ਦੇਖੋ ਜੀ, ਇੱਕ ਫਿਲਮ ਸੀਗੀ ਕੋਹੇਨੂਰ ਜੀ। ਕੋਹੇਨੂਰ ਦੇ ਵਿੱਚ ਇੱਕ ਗਾਣਾ ਸੀਗਾ ਮਧੂਬਨ ਮੇ ਰਾਧਿਕਾ ਨਾਥ ਜਿਹੜੇ ਜੀ, ਉਹਦੇ ਚ ਸਿਤਾਰ ਵੱਜਦੀ ਹੈ। ਸਿਤਾਰ ਕਾਫੀ ਸਿਤਾਰ ਲੰਬੀ ਵੱਜੀ ਤੇ ਕਹਿੰਦੇ ਮੈਂ ਸੋਚਿਆ ਬਈ ਪਹਿਲਾਂ ਮੇਰਾ ਚਿਹਰਾ ਦਿਖਾਉਣਗੇ, ਫਿਰ ਸਿਤਾਰ ਵਜਾਉਣ ਵਾਲਾ ਕੋਈ ਹੋਰ ਹੋਏਗਾ, ਕਿਉਂ ਨਾ ਮੈਂ ਹੀ ਸਿਤਾਰ ਸਿੱਖ ਲਾਂ। ਸਿਰਫ ਇੱਕ ਸ਼ਾਟ ਖਾਤਰ 1.5 ਸਾਲ ਸਿਤਾਰ ਸਿੱਖਦੇ ਰਹੇ ਜੀ। 1.5 ਸਾਲ ਸਿਤਾਰ ਹੀ ਸਿੱਖਦੇ ਰਹੇ। ਕੀ ਬਾਤ ਹੈ। ਕਿਰਦਾਰ ਨੂੰ ਬਿਲਕੁਲ ਜਦ ਤੱਕ ਜਿਉਂਦੇ ਨਹੀਂ ਸੀ। ਜਿਵੇਂ ਦਲੀਪ ਸਾਹਿਬ ਨੇ ਰੋਲ ਕੀਤਾ ਸਲੀਮ ਦਾ ਜੀ, ਅਕਬਰ ਦੇ ਨਾਲ ਜੀ, ਤੇ ਮੈਂ ਆਖਿਆ ਜੀ ਉਹ 'ਚ ਖਾਸ ਗੱਲ ਕੀ ਸੀ? ਕਹਿੰਦਾ ਖਾਸ ਗੱਲ ਇਹ ਸੀ, ਮੈਂ ਉਹ ਸਾਰੇ ਰੋਲ ਦੇ ਵਿੱਚ ਸੋਚ ਲਿਆ ਸੀ ਕਿ ਮੈਂ ਹੱਥ ਨਹੀਂ ਹਿਲਾਉਣੇ, ਹੱਥ ਨਹੀਂ ਹਿਲਾਉਣੇ ਨਾ। ਔਰ ਸਾਰੇ ਜਿਹੜੇ ਡਾਇਲਾਗ ਉਹਨਾਂ ਨੇ ਸਟੇਟ ਹੋ ਕੇ ਬੋਲੇ ਵੀ ਐ ਹੱਥ ਲਾਉਂਦਾ ਚੰਗਾ ਨਹੀਂ ਲੱਗੇਗਾ। ਔਰ ਕਹਿੰਦਾ ਕਈ ਵਾਰ ਮੈਂ ਆਪਣੇ ਹੱਥ ਬੰਨ ਲੈਂਦਾ ਸੀਗਾ ਇਸ ਤਰ੍ਹਾਂ, ਇੰਨੀ ਡੈਡੀਕੇਸ਼ਨ ਹੁੰਦੀ ਸੀ। ਕੀ ਬਾਤ ਹੈ। ਸਹਿਰਾ ਜੀ ਦੀ ਫੈਮਿਲੀ ਦੇ ਵਿੱਚ ਕੋਈ ਮਤਲਬ ਪੰਜਾਬੀ ਨਹੀਂ ਸੀ ਬੋਲਦਾ। ਦਲੀਪ ਸਾਹਿਬ ਦੀ ਫੈਮਿਲੀ ਸਾਰੇ ਪੰਜਾਬੀ ਬੋਲਦੇ, ਬ੍ਰਦਰ ਵੀ ਸਾਰੇ। ਦੇਖੋ ਮੇਰਾ ਖਿਆਲ ਹੈ ਕਿ ਇਹ ਜਿਹੜੀ ਹੈ ਗੱਲ ਦਰਸ਼ਕਾਂ ਤੋਂ ਜਿਹੜਾ ਬਹੁਤੇ ਅਣਜਾਣ ਹੋਣਗੇ ਇਸ ਗੱਲ ਤੋਂ, ਕਿਉਂਕਿ ਦਲੀਪ ਸਾਹਿਬ ਨੂੰ ਕਦੀ ਵੀ ਕਿਸੇ ਰੋਲ ਦੇ ਵਿੱਚ, ਕਿਸੇ ਵੀ ਸੀਨ ਦੇ ਵਿੱਚ ਪੰਜਾਬੀ ਬੋਲਦੇ ਨਹੀਂ ਸੁਣਿਆ। ਇਸ ਲਈ ਵੀ ਸੁਣਿਆ ਕਿ ਕੋਈ ਵੀ ਉਹਨਾਂ ਨੇ ਕਿਰਦਾਰ ਪੰਜਾਬੀ ਦਾ ਕੀਤਾ ਹੀ ਨਹੀਂ। ਤੁਹਾਡਾ ਜਿਹੜਾ ਨਿੱਜੀ ਤਜਰਬਾ ਹੈ ਉਹਨਾਂ ਦੇ ਨਾਲ, ਉਹਦੇ ਕੁਝ ਪਲ ਸਾਂਝੇ ਕੀਤੇ ਜਾਣ। ਮੈਨੂੰ ਇਹ ਦੱਸੋ ਕਿ ਪਹਿਲਾਂ ਸਬੱਬ ਕਿਵੇਂ ਬਣਿਆ ਤੁਹਾਡੀ ਉਹਨਾਂ ਦੇ ਨਾਲ ਮੁਲਾਕਾਤ ਹੋਣ? ਮੈਂ ਤੁਹਾਨੂੰ ਦੱਸਦੇ, ਮੈਨੂੰ ਇੱਕ ਜਰਨਲਿਸਟ ਸੀ, ਮੁੰਨੂ ਨਾਂ ਸੀ ਉਹਦਾ। ਅੱਛਾ ਜੀ। ਉਹ ਦਲੀਪ ਸਾਹਿਬ ਨੂੰ ਚਾਹੀਦਾ ਸੀ ਰਾਈਟਰ ਕੋਈ ਡਾਇਲੌਗ ਲਿਖਣ ਵਾਸਤੇ। ਓਕੇ। ਤੇ ਉਹ ਉਹਨਾਂ ਨੂੰ ਕੋਈ ਪਸੰਦ ਨਹੀਂ ਸੀ ਆ ਰਿਹਾ। ਇੰਡਸਟਰੀ ਦੇ ਬੜੇ ਲੋਕਾਂ ਨੇ ਟਰਾਈ ਕੀਤਾ ਜੀ, ਤੇ ਮੈਨੂੰ ਕਹਿਣ ਲੱਗਾ, ਕਹਿੰਦਾ ਜੀ ਇੱਕ ਫਿਲਮ ਹੈ ਵਾਰਿਸ, ਦਲੀਪ ਸਾਹਿਬ ਤੁਸੀਂ ਉਹ ਦੇਖ ਲਓ, ਸ਼ਾਇਦ ਤੁਹਾਨੂੰ ਪਸੰਦ ਆਵੇ। ਉਹਨਾਂ ਨੇ ਜੀ ਫਿਲਮ ਕਹਿੰਦਾ ਮੈਨੂੰ ਕਹਿੰਦਾ ਮੈਂ 10 ਵਜੇ ਸਟਾਰਟ ਕੀਤੀ, 1 ਵਜੇ ਖਤਮ ਹੋਈ। ਅੱਛਾ ਜੀ। ਕਹਿੰਦੇ ਕਿਹਨੇ ਲਿਖੀ ਹੈ? ਉਹਨਾਂ ਨੇ ਫਿਰ ਮੇਰਾ ਨਾਲ ਕਹਿੰਦੇ ਬੁਲਾਓ ਉਹਨਾਂ ਨੂੰ। ਮੈਂ ਪੰਜਾਬ ਆਇਆ ਸੀ, ਮੈਨੂੰ ਬਾਰ-ਬਾਰ ਫੋਨ ਆ ਰਹੇ ਸੀ ਕਿ ਜੀ ਦਲੀਪ ਸਾਹਿਬ ਤੁਹਾਨੂੰ ਬੁਲਾ ਰਹੇ ਨੇ। ਅੱਛਾ, ਮੈਂ ਸੋਚਾਂ, ਮੈਂ ਕਿਹਾ ਯਾਰ ਏਡੇ ਵੱਡੇ ਬੰਦੇ ਨੇ ਮੈਨੂੰ ਫੋਨ ਕਰੀ ਜਾ ਰਹੇ, ਕੋਈ ਵੈਸੇ ਗੜਬੜ ਹੈ, ਐਵੇਂ ਕੋਈ ਮਜ਼ਾਕ ਕਰਦਾ। ਫਿਰ ਮੈਨੂੰ ਫੋਨ ਆਇਆ, ਫਿਰ ਫੋਨ ਤੇ ਫੋਨ, ਕਿਸੇ ਸਬੱਬ ਨਾਲ ਮੈਂ
ਬੰਬੇ ਚਲਾ ਗਿਆ। ਜੀ। ਬੰਬੇ ਚਲਾ ਗਿਆ ਤੇ ਮਾਨ ਸਾਹਿਬ ਦੇ ਘਰੇ ਬੈਠੇ ਸੀ, ਉੱਥੇ ਫੋਨ ਆਇਆ। ਅਮਿਤੋਜ ਮਾਨ ਹੋਣਾ ਦਾ? ਅਮਿਤੋਜ ਮਾਨ ਉਹਨਾਂ ਦੇ ਜੀ। ਘਰੇ ਬੈਠੇ ਸੀ, ਜੀ। ਉੱਥੇ ਫੋਨ ਆਇਆ ਮੈਨੂੰ, ਤੇ ਬਾਬੂ ਸਿੰਘ ਮਾਨ ਉਹਨੇ ਕਹਿਣ ਲੱਗੇ ਯਾਰ ਕੋਈ ਗੁਲਸ਼ਨ ਜਲਾਲਾਬਾਦੀ ਹੈ, ਕਾਫੀ ਫੋਨ ਆਏ ਇਹਦੇ, ਤੂੰ ਗੱਲ ਕਰ ਲੈ ਇਹਨਾਂ ਨਾਲ। ਤੇ ਮੈਂ ਹਾਂਜੀ ਗੁਲਸ਼ਨ ਜੀ। ਕਹਿੰਦੇ ਜੀ ਪਹੁੰਚੋ। ਮੈਂ ਕਿੱਥੇ? ਕਹਿੰਦੇ ਦਲੀਪ ਸਾਹਿਬ ਦੇ ਬੰਗਲੇ। ਮੈਂ ਫਿਰ ਉਹ ਕਲੈਕਟਰ ਭਾਈ ਇਹਦਾ ਮਤਲਬ ਜਿਹੜੇ ਪੰਜਾਬ ਫੋਨ ਆ ਰਹੇ ਸੀ ਠੀਕ ਸੀ? ਤੇ ਕਹਿੰਦੇ ਹਾਂ ਜੀ ਜਲਦੀ ਆਓ, ਮਹੀਨਾ ਹੋ ਗਿਆ ਤੁਹਾਨੂੰ ਲੱਭਦਿਆਂ ਨੂੰ। ਅੱਛਾ ਜੀ। ਤੇ ਮੈਂ ਗਿਆ ਤੇ ਉੱਥੇ ਗੇਟ ਦੇ ਉੱਤੇ ਦਰਬਾਨ ਖੜਾ ਸੀ ਜੀ। ਤੇ ਕਹਿੰਦੇ ਮੈਂ ਕਿਹਾ ਜੀ ਮੈਂ ਦਲੀਪ ਸਾਹਿਬ ਨੂੰ ਮਿਲਣਾ। ਪਿੱਛੇ ਹਟੋ, ਕਹਿੰਦਾ ਪਿੱਛੇ ਅੰਦਰ ਸਾਹਿਬ ਕਹਾਣੀ ਪਰ भिड़े हुए है। ਉਹ ਮੈਂ ਕਿਹਾ ਮੇਰੀ ਭਿੜਨੀ ਹੈ। ਦਰਵਾਜ਼ਾ ਖੋਲ੍ਹ। ਅੱਛਾ ਜਦੋਂ ਉਹਨਾਂ ਨੂੰ ਅੰਦਰ ਪਤਾ ਲੱਗਿਆ ਮੈਂ, ਉਹਨਾਂ ਦਾ ਖਲਬਲੀ ਜਿਹੀ ਮੱਚ ਗਈ ਨਾ, ਪੜੋ ਨੰਗਲ ਸਾਹਿਬ ਅੰਦਰ ਆਓ ਅੰਦਰ ਆਓ। ਸਾਰੇ ਮੈਂ ਅੰਦਰ ਗਏ। ਮੈਂ ਜਦੋਂ ਦੇਖਿਆ, ਮੈਂ ਤਾਂ ਫਿਲਮਾਂ 'ਚ ਇਹਨਾਂ ਨੂੰ ਦੇਖਿਆ ਸੀਗਾ, ਜਦੋਂ ਮੈਨੂੰ ਸਾਹਮਣੇ ਬੈਠੇ ਦੇਖਿਆ ਤੇ ਮੇਰੇ ਕੁਝ ਦੇਰ ਲਈ ਉਹ ਸੁਣ ਜਾ ਹੋ ਗਿਆ। ਜੀ ਜੀ ਜੀ। ਹੌਲੀ ਹੌਲੀ ਕੋਈ ਸੁਪਨਾ ਦੇਖ ਰਿਹਾ ਹੋਵੇ। ਸੁਪਨਾ ਦੇਖ, ਫਿਰ ਮੈਂ ਹੌਲੀ ਜਾ ਕੇ ਉਹਨਾਂ ਦੇ ਕੋਲ ਵੇਖ ਗਿਆ। ਕਹਿੰਦੇ ਜੀ ਕਿ हमने आपकी वारिस देखी। वो तो बेटा हिंदी से गल की जी कि आप जो हिंदी में उर्दू लिखते हैं वो कमाल। मैनू ये ना पता लगे भी कितने पुछ ना लेने, मैंने तो पता नहीं केड़ा उर्दू लिखता। कहते जी कहते मैं एक फिल्म बना रहा हूँ, आप उसके डायलॉग लिख रहे हैं, इनके साथ पैसों की बात कर लीजिए, कल से काम शुरू करते हैं बस। और काम शुरू। अच्छा जी। हाँ 2 मिनट नहीं लाया उन्होंने गल कर, कुछ नहीं कहता। और जो फिर कम मतलब फिर तो डिस्कशन उस बाद जो फिर पता लग गया कहानी भी पंजाबी डिस्कस हो रही है, डायलॉग भी पंजाबी। मैंने कहते इस तरह कर, तू एक स्क्रिप्ट मेरे वास्ते पंजाबी च लिख दे। अच्छा जी। हाँ पहले तुसी हिंदी च लिख रहे सी? मैं हिंदी। मैं की गल फिल्म तो हिंदी च है, इस गलों थोड़े नाराज हो गए मेरे नाल। मैंने कहा तेनू की, मैं तेनू कहता मेरी स्क्रिप्ट तो पंजाबी च लिख। फिर उन्होंने मैंने दस्या, ਮੈਨੂੰ ਕਹਿੰਦੇ ਵੀ ਰਾਈਟਰ ਦੀ ਕੋਈ ਲੈਂਗੁਏਜ ਨਹੀਂ ਹੁੰਦੀ। ਕਹਿੰਦੇ ਸ਼ੈਕਸਪੀਅਰ ਦੇ ਪਲੇ ਹੈ, ਕਹਿੰਦੇ ਭਾਵੇਂ ਉਹਨਾਂ ਨੂੰ ਪੰਜਾਬੀ ਟਰਾਂਸਲੇਟ ਕਰ ਲਓ, ਭਾਵੇਂ ਹਿੰਦੀ 'ਚ ਕਰ ਲਓ, ਭਾਵੇਂ ਉਰਦੂ 'ਚ ਕਰ ਲਓ, ਰਾਈਟਰ ਦੇ ਥਾਟ ਹੁੰਦੇ ਨੇ। ਉਹਨਾਂ ਦਾ ਕਹਿਣ ਦਾ ਮਤਲਬ ਕਿ ਤੁਸੀਂ ਥਾਟ ਆਪਣੇ ਐਕਸਪ੍ਰੈਸ ਆਪਣੀ ਲੈਂਗੁਏਜ ਦੇ ਵਿੱਚ ਪਹਿਲਾਂ ਜ਼ਿਆਦਾ ਕਰ ਸਕਦੇ ਆ, ਉਦਾਂ ਦੂਜੀ 'ਚ ਨਹੀਂ ਕਰ ਸਕਦੇ। ਦੂਸਰੀ 'ਚ ਨਹੀਂ ਕਰ ਸਕਦੇ ਜੀ। ਹਾਂ। ਫਿਰ ਮੈਂ ਕਹਿੰਦੇ ਕਿ ਤੈਨੂੰ ਪੰਜਾਬੀ ਦਾ ਮੈਂ ਦੱਸਦਾ। ਕਹਿੰਦੇ ਕਿ ਇੱਕ ਮੁਗਲ ਆਜ਼ਮ ਦਾ ਸੀਨ ਸੀ ਨਾ, ਜਦੋਂ ਮੈਂ ਅਕਬਰ ਦੇ ਸਾਹਮਣੇ ਖੜਾ ਹੁੰਦਾ। ਅੱਛਾ ਜੀ। ਤੇ ਉਹ ਕਹਿੰਦਾ ਵੀ ਤੂੰ ਹਵਾਲੇ ਕਰ ਦੇ ਬੁੱਧੂ ਵਾਲਾ ਨੂੰ। ਕਹਿੰਦਾ ਜੀ ਜੀ। ਤੇ ਕਹਿੰਦਾ ਉੱਥੇ ਕਹਿੰਦਾ ਫਿਰ ਮੈਂ ਉਹਨੂੰ ਝਗੜਦਾ ਮੈਂ। ਕਹਿੰਦਾ ਉਹ ਜਿੰਨਾ ਸੀਨ ਸੀਗਾ ਮੈਂ ਸਾਰਾ ਪਹਿਲਾਂ ਪੰਜਾਬੀ 'ਚ ਲਿਖਿਆ। ਅੱਛਾ ਜੀ। ਹਾਂ ਉਹ ਪੰਜਾਬੀ 'ਚ ਲਿਖ ਕੇ ਪਹਿਲਾਂ ਮੈਂ ਰਿਹਰਸਲ ਪੰਜਾਬੀ 'ਚ ਕੀਤੀ। ਕਮਾਲ ਹੈ। ਪੰਜਾਬੀ 'ਚ ਮੈਨੂੰ ਫੇਰ ਹਰਾ ਰਹੇ। ਮੈਂ ਜੀ ਤੁਸੀਂ ਪੰਜਾਬੀ 'ਚ ਕਹਿੰਦਾ ਉਹ ਆਪਣੀ ਲੈਂਗੁਏਜ ਦੇ ਵਿੱਚ ਐਂਗਰ ਪੂਰਾ ਆਉਂਦਾ, ਉਹਦੇ ਨੋਟ ਫਿਰ ਮੈਂ ਮਾਰਕ ਕੀਤੇ ਵੀ ਇੱਥੇ। ਔਰ ਇਸੇ ਲਈ ਕਹਿੰਦਾ ਮੈਂ ਉਹਨੂੰ ਫਿਰ ਅਕਬਰ ਨੂੰ ਪੈ ਨਿਕਲਿਆ ਸੀਗਾ ਉਹ ਸੀਨ ਦੇ। ਹਾਂ ਉਹਨਾਂ ਨੇ ਕਹਿਣ ਦਾ ਮਤਲਬ ਜਿਹੜਾ ਐਂਗਰ ਹੈ, ਐਂਗਰ ਤੁਹਾਡੀ ਲੈਂਗੁਏਜ 'ਚ ਹੀ ਆ ਸਕਦਾ, ਮਤਲਬ ਤੁਸੀਂ ਹਿੰਦੀ 'ਚ ਨਹੀਂ ਲੜ ਸਕਦੇ। ਉਹ ਤੁਹਾਡੇ ਇਹ ਕਈ ਵਾਰੀ ਇਸ ਤਰ੍ਹਾਂ ਹੁੰਦਾ ਜੀ, ਜਿਹੜੇ ਹਾਵ ਭਾਵ ਪ੍ਰਗਟ ਕਰਨੇ ਆ, ਬੋਡੀ ਲੈਂਗੁਏਜ ਜਿਹੜੀ ਹੈ ਤੁਹਾਡੀ ਆਪਣੀ ਲੈਂਗੁਏਜ ਜੀ। ਉਹ ਕਹਿੰਦਾ ਵੀ ਤੁਸੀਂ ਆਪਣੀ ਲੈਂਗੁਏਜ ਦੇ ਵਿੱਚ, ਇਸੇ ਲਈ ਕਹਿੰਦਾ ਮੈਂ ਤੈਨੂੰ ਕਹਿੰਦਾ ਤੂੰ ਪੰਜਾਬੀ 'ਚ ਲਿਖ, ਆਪਾਂ ਹਿੰਦੀ 'ਚ ਟ੍ਰਾਂਸਲੇਟ ਕਰ ਲਾਂਗੇ ਉਹਨੂੰ। ਆਮ ਤੌਰ ਤੇ ਜਦ ਤੁਸੀਂ ਉੱਥੇ ਬੈਠੇ ਹੁੰਦੇ ਸੀ, ਗੱਲਬਾਤ ਫਿਰ ਪੰਜਾਬੀ 'ਚ ਹੁੰਦੀ ਰਹੀ? ਉਹ ਕਹਿੰਦੇ ਸੀ ਕਹਿੰਦਾ ਕੋਈ ਆਪਾਂ ਨੂੰ ਦੇਖੇ ਤਾਂ ਕਹਿੰਦੇ ਪੰਜਾਬੀ ਫਿਲਮ ਬਣ ਰਹੀ ਹੈ। ਜ਼ਿਆਦਾਤਰ ਸਟਾਫ ਪੰਜਾਬੀ ਸੀ। ਗਿੱਲ ਸਾਹਿਬ ਫਿਰ ਉਹ ਤੁਸੀਂ ਫਿਲਮ ਮੇਰੇ ਖਿਆਲ ਕਲਿੰਗਾ ਦੇ ਵਾਸਤੇ ਗਏ ਸੀ, ਜਿਹੜੀ ਇਹ ਫਿਲਮ ਮੈਂ ਫਾਰਮ ਵੀ ਸੀ, ਉਹਨਾਂ ਨੇ ਕਲਿੰਗਾ ਦੇ ਵਾਸਤੇ ਮੈਨੂੰ ਡਾਇਲੌਗ ਲਿਖਣ ਵਾਸਤੇ। ਸੋ ਇਸ ਦੇ ਵਿੱਚ ਅਮਤੋਜ ਮਾਨ ਉਹਨਾਂ ਦੀ ਖਾਸ ਭੂਮਿਕਾ ਸੀ, ਹੀਰੋ ਮੇਰੇ ਖਿਆਲ ਹੀਰੋ ਉਹ ਸੀ। ਹੀਰੋ ਜੀ ਜੀ। ਉਹਨਾਂ ਨੂੰ ਸਿਲੈਕਟ ਕੀਤਾ ਸੀ, ਉਹਨਾਂ ਨੇ ਇੰਟਰਵਿਊ ਬਹੁਤ ਸੁਣੀ ਦਿੱਤੀ ਉੱਥੇ ਜੀ। ਕਲਿੰਗਾ ਦਾ ਜਿਹੜਾ ਕਿਰਦਾਰ ਸੀ ਦਲੀਪ ਕੁਮਾਰ ਸਾਹਿਬ ਆਪ ਨਿਭਾ ਰਹੇ ਸੀ, ਉਹ ਡਾਇਰੈਕਟਰ ਸੀਗੇ ਜੀ ਉਸ ਫਿਲਮ ਦੇ। ਪਹਿਲੀ ਵਾਰੀ ਆਫੀਸ਼ੀਅਲੀ ਡਾਇਰੈਕਟ ਕਰ ਰਹੇ ਸੀ ਜੀ ਉਹ, ਪਰ ਮੇਰੇ ਖਿਆਲ ਕਿਸਮਤ ਦੇ ਚੱਕਰ ਆ ਜਾਂਦੇ ਜੀ। ਬਿਲਕੁਲ ਜੀ ਬਿਲਕੁਲ। ਉਹ ਫਿਲਮ ਜਿਹੜੀ ਸੀ ਉਹ ਸ਼ੂਟ ਮੇਰੇ ਖਿਆਲ ਹੋ ਹੀ ਗਈ ਸੀ ਤਕਰੀਬਨ, ਪੂਰੀ ਕੰਪਲੀਟ ਹੈ ਜੀ। ਸ਼ੂਟਿੰਗ ਤੇ ਤਾਂ ਅਸੀਂ ਸੀਗੇ 95 ਦੀ ਗੱਲ ਹੈ। ਹਾਂਜੀ 95 ਪੂਰੀ ਕੰਪਲੀਟ ਹੋ ਕੇ ਪਈ ਹੋਈ ਹੈ। ਸਿਰਫ ਕਿੱਥੇ ਡਿਸਪਿਊਟ ਹੋਇਆ, ਪ੍ਰੋਡਿਊਸਰ ਤੇ ਡਾਇਰੈਕਟਰ ਦੇ ਵਿੱਚ ਡਿਸਪਿਊਟ, ਦਲੀਪ ਸਾਹਿਬ ਤੇ ਸੁਦਾਕਰ ਵਕਾੜੇ ਦੇ ਵਿੱਚ ਡਿਸਪਿਊਟ ਹੋਇਆ। ਟੀਵੀ ਦੇ ਉੱਤੇ ਵੀ ਆਉਂਦਾ ਰਿਹਾ ਉਹ ਜੀ। ਔਰ ਉਸ ਡਿਸਪਿਊਟ ਫਸ ਗਈ ਫਿਲਮ। ਇਹੀ ਬੱਚੇ ਵਰਗੇ ਸੀ, ਲੇਕਿਨ ਜਦੋਂ ਸਖਤ ਹੁੰਦੇ ਸੀ ਨਾ, ਮੈਂ ਫਿਰ ਉਹਨਾਂ ਨੂੰ ਹਿਲਾ ਨਹੀਂ ਸਕਦਾ ਕੋਈ। ਅੱਜ ਤੱਕ ਡੱਬਿਆਂ 'ਚ ਪਈ ਜੀ, ਨਾ ਉਸ ਨੂੰ ਮਤਲਬ ਡਿਵੈਲਪ ਕੀਤਾ, ਨਾ ਐਡਿਟ ਕੀਤਾ। ਹਾਂਜੀ ਇਸ ਵਕਤ ਇਹ ਹੈ ਕਿ ਉਹਦੀ ਡਬਿੰਗ ਕਰ ਲਓ, ਉਹਦੀ ਮਤਲਬ ਪ੍ਰਿੰਟ ਕਰ ਲਓ, ਫਿਲਮ ਪੂਰੀ ਬਣੀ ਪਈ ਹੈ ਔਰ ਹੈ ਹਿਸਟਰੀ ਉਹ ਪੂਰੀ। ਕੀ ਬਾਤ ਹੈ। ਹਾਂਜੀ ਗਿੱਲ ਸਾਹਿਬ, ਆਖਰ ਦੇ ਵਿੱਚ ਤੁਸੀਂ ਦਲੀਪ ਸਾਹਿਬ ਬਾਰੇ ਕੁਝ ਕਹਿਣਾ ਚਾਹੋ, ਜਾਂ ਹੋਰ ਕੋਈ ਮੂਮੈਂਟ ਜਿਹੜੀ ਤੁਹਾਡੇ ਜ਼ਿਹਨ ਦੇ ਵਿੱਚ ਹੋਵੇ, ਜਿਹੜੀ ਤੁਸੀਂ ਦਰਸ਼ਕਾਂ ਦੇ ਨਾਲ ਤੇ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਚਾਹੋ? ਬਸ ਜੀ ਆਹੀ ਸੀ ਕਿ ਮੈਂ ਜਦੋਂ ਪਤਾ ਲੱਗਿਆ ਮੈਨੂੰ ਵੀ ਇੱਦਾਂ ਕਰਕੇ ਨਹੀਂ ਹੈ,
ਤਾਂ ਮੈਨੂੰ ਨਹੀਂ ਸੀ ਪਤਾ ਵੀ 2 ਦਿਨ ਹੋ ਗਏ। ਬੜਾ ਇੱਕ ਅਜੀਬ ਜਿਹਾ ਜਿਸ ਤਰ੍ਹਾਂ ਦਾ ਮਨ ਹੋਇਆ ਹੋਇਆ ਸੀਗਾ। ਉਹਨਾਂ ਦੀਆਂ ਗੱਲਾਂ ਯਾਦ ਆ ਰਹੀਆਂ ਸੀ, ਉਹਨਾਂ ਦੇ ਸਾਰੇ ਪਲ ਬਿਤਾਏ ਹੋਏ ਪਲ ਯਾਦ ਆ ਰਹੇ ਸੀ। ਇਸ ਤਰ੍ਹਾਂ ਹੁਣ ਵੀ ਮਤਲਬ ਮਨ ਜਿਹਾ ਭਰ ਜਾਂਦਾ ਹੈ। ਤੁਸੀਂ ਤਾਂ ਚਲੋ ਉਹਨਾਂ ਦੇ ਨਾਲ ਫਿਜ਼ੀਕਲੀ ਵਿਚਰੇ ਹੋ 4 ਸਾਲ ਜੀ, 4 ਸਾਲ ਤੁਸੀਂ ਉਹਨਾਂ ਦੇ ਨਾਲ ਸਮਾਂ ਬਿਤਾਇਆ। ਕੋਈ। ਸੋ ਉਹਨਾਂ ਦੇ ਤੁਰ ਜਾਣ ਦੇ ਨਾਲ ਬਹੁਤ ਵੱਡਾ ਖਿਲਾਫ ਪੈਦਾ ਹੋਇਆ ਬਹੁਤ ਜੀ। ਜ਼ਿਆਦਾ। ਤੇ ਮੇਰਾ ਖਿਆਲ ਹੈ ਜੀ ਕਿ ਇਸ ਇੰਡਸਟਰੀ ਦੇ ਵਿੱਚ ਉਹਨਾਂ ਦੇ ਸਮੇਂ ਦੇ ਤੇ ਉਹਨਾਂ ਤੋਂ ਬਾਅਦ ਦੇ ਕਿੰਨੇ ਐਕਟਰ ਹਨ ਜਿਹੜੇ ਕਿ ਬਹੁਤ ਸੁਪਰ ਹਿੱਟ ਹੈ ਜੀ। ਦਲੀਪ ਸਾਹਿਬ ਤੋਂ ਮੇਰਾ ਖਿਆਲ ਸਭ ਨੇ ਕੁਝ ਨਾ ਕੁਝ ਸਿੱਖਿਆ ਸਭਨਾਂ ਦੀ ਐਕਟਿੰਗ ਦੇ ਵਿੱਚ ਮਾੜੀ ਮੋਟੀ ਸ਼ੇਡ ਨਜ਼ਰ ਆਉਂਦੀ ਉਹਨਾਂ ਦੀ। ਤੇ ਉਹਨਾਂ ਦਾ ਜਿਹੜਾ ਸਿਨੇਮਾ ਪਿਆ ਜੀ ਇੱਕ ਸਰਮਾਇਆ ਹੈ ਫਿਲਮ ਇੰਡਸਟਰੀ ਦਾ। ਆਉਣ ਵਾਲੇ ਕਲਾਕਾਰ ਜਿਹੜੇ ਆਉਣਗੇ ਇਸ ਇੰਡਸਟਰੀ ਦੇ ਵਿੱਚ ਉਹ ਵੀ ਉਸ ਤੋਂ ਸੇਧ ਲੈਂਦੇ ਰਹਿਣਗੇ ਜੀ। ਬਿਲਕੁਲ ਜੀ। ਪੂਰਾ ਇੰਸਟੀਚਿਊਟ ਹੈ ਜੀ। ਬਹੁਤ ਧੰਨਵਾਦ ਗਿੱਲ ਸਾਹਿਬ। ਥੈਂਕ ਯੂ ਜੀ, ਮਿਹਰਬਾਨੀ। ਥੈंक यू वेरी मच। बाबू, हम तो सुनते आए हैं कि बड़े लोग बस्ती बसाते हैं, आप इसे उजाड़ना चाहते हो क्या? ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਦਲੀਪ ਕੁਮਾਰ ਸਾਹਿਬ ਪੰਜਾਬੀ ਸਨ ਅਤੇ ਉਹਨਾਂ ਵੱਲੋਂ ਦਿੱਤੇ ਹੋਏ ਥਾਪੜੇ ਵਾਲੇ ਅਮਤੋਜ ਮਾਨ ਵਰਗੇ ਕਲਾਕਾਰ ਸਾਡੇ ਪਾਸ ਹਨ। ਅਮਤੋਜ ਮਾਨ ਵਧੀਆ ਐਕਟਰ ਦੇ ਨਾਲ ਵਧੀਆ ਡਾਇਰੈਕਟਰ ਵੀ ਹਨ। ਇੱਕ ਮਿਸਾਲ ਮੈਂ ਤੁਹਾਨੂੰ ਦੇਣੀ ਚਾਹੁੰਦਾ ਹਾਂ ਕਿ ਹਰਭਜਨ ਮਾਨ ਹੁਣਾਂ ਦੀ ਜਦੋਂ ਪਹਿਲਾਂ ਵੀਡੀਓ ਮਿਰਜ਼ਾ ਆਈ ਸੀ ਤਾਂ ਉਹ ਡਾਇਰੈਕਟ ਅਮਤੋਜ ਮਾਨ ਹੁਣਾਂ ਨੇ ਕੀਤੀ ਸੀ ਤੇ ਉਹੀ ਵੀਡੀਓ ਸਬੱਬ ਬਣੀ ਸੀ ਕਿ ਹਰਭਜਨ ਮਾਨ ਹੁਣਾਂ ਦਾ ਧਿਆਨ ਗਿਆ, ਮਨਮੋਹਨ ਸਿੰਘ ਹੁਣਾਂ ਦਾ ਧਿਆਨ ਗਿਆ ਕਿ ਪੰਜਾਬੀ ਦੇ ਵਿੱਚ ਕੋਈ ਐਸੇ ਲੈਵਲ ਦੀ ਫਿਲਮ ਬਣਾਈ ਜਾਵੇ ਤੇ ਫਿਰ ਜੀ ਆਇਆਂ ਨੂੰ ਫਿਲਮ ਦਾ ਨਿਰਮਾਣ ਹੋਇਆ। ਅਮਤੋਜ ਮਾਨ ਹੁਣਾਂ ਨੇ ਪੰਜਾਬੀ ਕਲਾਕਾਰਾਂ ਨੂੰ ਕਿੰਨੇ ਵਧੀਆ ਐਕਟਰ ਬਣਾ ਕੇ ਪੇਸ਼ ਕੀਤਾ, ਉਸ ਦੀ ਮਿਸਾਲ ਫਿਲਮ ਹਾਣੀ ਦੇ ਵਿੱਚ ਵੀ ਮਿਲਦੀ ਹੈ, ਜਿੱਥੇ ਉਹਨਾਂ ਨੇ ਸਰਬਜੀਤ ਚੀਮਾ ਹੁਣਾਂ ਤੋਂ ਵੀ ਬਹੁਤ ਵਧੀਆ ਕੰਮ ਕਰਾਇਆ। ਬਾਕੀ ਉਹਨਾਂ ਦੀਆਂ ਅਨੇਕਾਂ ਹੀ ਫਿਲਮਾਂ ਹਨ। ਨਸੀਬੋ ਤੋਂ ਲੈ ਕੇ ਕਲਿੰਗਾ ਦਾ ਬੜਾ ਜ਼ਿਕਰ ਹੋਇਆ ਤੇ ਫਿਲਮ ਹਵਾਏ ਨੂੰ ਕੌਣ ਭੁੱਲ ਸਕਦਾ ਹੈ। क्योंकि मुझे बचाने वाला दिल्ली के दंगों में मेरे लिए अपनी जान देने वाला एक हिंदू था। और एक नहीं मलिक साहब, कई थे जिन्होंने पता नहीं कितने सिखों को बचाते हुए अपनी जान दे दी। उन सबको मार डाले हम। और वही नहीं, हमारा एक साथी जो हमारे साथ इस जंग में शामिल है वो है रोशनलाल हिंदू। क्या उसको मार डाले हम? उसको नहीं मारेंगे हम। सॉरी जनरल साहब, मास हिंदू किलिंग वाली बात से हम सहमत नहीं। ਤੇ ਫਿਰ ਜੇ ਫਿਲਮ ਨਸੀਬੋ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਉਹਨਾਂ ਦੀ ਅਦਾਕਾਰੀ ਕਮਾਲ ਦੀ ਸੀ। ਦਲੀਪ ਕੁਮਾਰ ਸਾਹਿਬ ਦਾ ਧਿਆਨ ਖਿੱਚਣ ਵਾਲੀ ਫਿਲਮ ਨਸੀਬੋ ਹੀ ਸੀ ਜਿਸ ਦੀ ਚਰਚਾ ਉਹਨਾਂ ਦੇ ਕੋਲ ਹੋਈ ਤੇ ਫਿਰ ਅਮਤੋਜ ਮਾਨ ਹੁਣਾਂ ਨੂੰ ਉਹਨਾਂ ਨੇ ਬੰਬੇ ਸੱਦਿਆ ਫਿਲਮ ਕਲਿੰਗਾ ਦਾ ਹੀਰੋ ਬਣਨ ਦੇ ਵਾਸਤੇ। ਉਹਨਾਂ ਦੀਆਂ ਯਾਦਾਂ ਆਪਾਂ ਕਿਉਂ ਨਾ ਅਮਤੋਜ ਮਾਨ ਹੁਣਾਂ ਤੋਂ ਹੀ ਸੁਣਦੇ ਹਾਂ ਤੇ ਅਮਤੋਜ ਮਾਨ ਹੁਣੀ ਇੰਡੀਆ ਤੋਂ ਸਾਡੇ ਨਾਲ ਇਸ ਵੇਲੇ ਆਨਲਾਈਨ ਸ਼ਾਮਲ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਦੇਸ਼ ਪ੍ਰਦੇਸ਼ ਟੀਵੀ ਪ੍ਰੋਗਰਾਮ ਦੇ ਵਿੱਚ ਆਪ ਜੀ ਦਾ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਾਨ ਸਾਹਿਬ, ਅਦਾਕਾਰੀ ਦੇ ਬੇਤਾਜ ਬਾਦਸ਼ਾਹ ਦਲੀਪ ਸਾਹਿਬ ਇਸ ਫਾਨੀ ਜਹਾਨ ਤੋਂ ਕੂਚ ਕਰ ਗਏ ਨੇ। ਮੇਰਾ ਨਹੀਂ ਖਿਆਲ ਕਿ ਅੰਤਰਰਾਸ਼ਟਰੀ ਪੱਧਰ ਤੇ ਕਿਸੇ ਵੀ ਕਲਾਕਾਰ ਦੀ ਤੁਲਨਾ ਉਹਨਾਂ ਦੇ ਨਾਲ ਕੀਤੀ ਜਾ ਸਕਦੀ ਹੈ। ਵੈਸੇ ਵੀ ਅਟਵਾਲ ਸਾਹਿਬ ਕਿਸੇ ਵੀ ਇਨਸਾਨ ਦੀ ਤੁਲਨਾ ਕਿਸੇ ਦੂਜੇ ਇਨਸਾਨ ਨਾਲ ਹੋ ਨਹੀਂ ਸਕਦੀ। ਦਲੀਪ ਸਾਹਿਬ ਦੀ ਤਾਂ ਬਿਲਕੁਲ ਨਹੀਂ। ਸਟਾਈਲਾਈਜ਼ ਐਕਟਿੰਗ ਨੂੰ ਜਾਂ ਮੈਥਡ ਐਕਟਿੰਗ ਨੂੰ ਨੈਚੁਰਲ ਬਣਾ ਕੇ ਕਿਵੇਂ ਕੀਤਾ ਜਾ ਸਕਦਾ ਹੈ, ਇਹ ਦਲੀਪ ਸਾਹਿਬ ਦੀ ਦੇਣ ਸੀ। ਪਰਫਾਰਮ ਕਰਕੇ ਦਿਖਾਇਆ ਸੀ ਉਹਨਾਂ ਨੇ ਕਿ ਇਹ ਹੋ ਸਕਦਾ ਹੈ, ਜਿਹਨੂੰ ਬਹੁਤ ਸਾਰੇ ਲੋਕਾਂ ਨੇ ਫੋਲੋ ਕੀਤਾ। ਉਹ ਬੜੀ ਅੱਛੀ ਗੱਲ ਕਹੀ ਹੈ ਮਿਸਟਰ ਬੱਚਨ ਨੇ, ਅਮਿਤਾਭ ਬੱਚਨ ਹੋਰਾਂ ਨੇ, ਕਿ ਇੱਕ ਉਹਨਾਂ ਤੋਂ ਪਹਿਲਾਂ ਦਾ ਹੀਰਾ ਹੈ, ਇੱਕ ਉਹਨਾਂ ਤੋਂ ਬਾਅਦ ਦਾ ਹੈ। ਹਿੰਦੁਸਤਾਨੀ ਫਿਲਮਾਂ ਦੀ ਐਕਟਿੰਗ ਕੰਸੀਡਰ ਕੀਤੀ ਜਾਊਗੀ ਇੱਕ ਦਲੀਪ ਸਾਹਿਬ ਤੋਂ ਪਹਿਲਾਂ ਦੀ, ਇੱਕ ਦਲੀਪ ਸਾਹਿਬ ਤੋਂ ਬਾਅਦ ਦੀ, ਕਿਉਂਕਿ ਬਾਅਦ ਵਾਲੀ ਐਕਟਿੰਗ ਤੇ ਬਾਅਦ ਵਾਲੇ ਲੋਕਾਂ ਤੇ ਦਲੀਪ ਸਾਹਿਬ ਦਾ ਬਹੁਤ ਵੱਡਾ ਅਸਰ ਸੀ। ਤੁਹਾਨੂੰ ਹਰ ਬੰਦੇ 'ਚ ਕਿਤੇ ਨਾ ਕਿਤੇ ਥੋੜਾ ਕਿਤੇ ਜ਼ਿਆਦਾ ਦਲੀਪ ਕੁਮਾਰ ਨਜ਼ਰ ਆਊਗਾ ਹਰ ਐਕਟਰ ਦੇ ਵਿੱਚ, ਕਿਉਂਕਿ ਉਹਨਾਂ ਨੇ ਬਹੁਤ ਸਾਰੇ, ਜੇ ਤੁਸੀਂ 1960-61 ਤੱਕ ਦੇਖੋ ਤਾਂ ਜੋ ਉਹਨਾਂ ਨੇ ਕੰਮ ਕੀਤਾ ਹੈ, ਚਾਹੇ ਉਹ ਮੁਗਲ ਆਜ਼ਮ ਹੋਵੇ, ਚਾਹੇ ਗੰਗਾ ਜਮਨਾ ਹੋਵੇ, ਚਾਹੇ ਦੇਵਦਾਸ ਹੋਵੇ, ਆਜ਼ਾਦ ਹੋਵੇ, ਅਮਰ ਹੋਵੇ, ਮਧੂਮਤੀ, ਜਿੰਨੀਆਂ ਮਰਜ਼ੀ ਫਿਲਮਾਂ ਗਿਣ ਲਓ, ਉਹ ਜੋ ਕੰਮ ਸੀਗਾ ਮੈਨੂੰ ਲੱਗਦਾ ਉਹ ਉਦੋਂ ਜੋ ਵੀ ਵਰਲਡ ਦੇ ਵਿੱਚ ਕੰਮ ਹੋ ਰਿਹਾ ਸੀ ਕਿਸੇ ਵੀ ਜ਼ੁਬਾਨ 'ਚ, ਉਹਨਾਂ ਦੇ ਟੌਪ ਵਾਲਿਆਂ 'ਚ ਸਾਰੇ ਫੈਸਦ ਗਿਣੂਗੇ ਬਲਕਿ ਤੁਸੀਂ। ਉਸ ਤੋਂ ਬਾਅਦ ਕਈ ਵਾਰੀ ਕੀ ਹੁੰਦਾ, ਤੁਸੀਂ ਇੰਨੇ ਅੱਛੇ ਹੋ ਜਾਂਦੇ ਹੋ, ਆਪਦੀ ਨਕਲ ਆਪ ਵੀ ਕਰ ਜਾਂਦੇ ਹੋ ਸਮ ਟਾਈਮ, ਬਟ ਉਹਦੇ 'ਚ ਵੀ ਜੋ ਵਿਧਾਤਾ, ਕ੍ਰਾਂਤੀ, ਮਸ਼ਾਲ, ਸੌਦਾਗਰ, ਕਮਾਲ ਦੀ ਪਰਫਾਰਮੈਂਸ ਸੀ। ਬਟ ਜਿਹੜਾ ਉਹ ਪਹਿਲਾਂ ਵਾਲਾ ਸੀ ਉਹ ਤਾਂ ਸਟਾਈਲਾਈਜ਼ ਮੈਥਡ ਨੂੰ ਕਿਵੇਂ ਮਿਕਸ ਕਰਕੇ ਨੈਚੁਰਲ 'ਚ ਲੈ ਕੇ ਆਉਣਾ, ਇਹ ਉਹਨਾਂ ਦਾ ਕਮਾਲ ਸੀਗਾ। ਯਾਦ ਰਹਿਣਗੇ, ਹਮੇਸ਼ਾ ਰਹਿਣਗੇ, ਲੋਕਾਂ ਦੀਆਂ ਸਮ੍ਰਿਤੀਆਂ ਦੇ ਵਿੱਚ ਰਹਿਣਗੇ। ਉਹਨਾਂ ਫਿਲਮਾਂ ਨੂੰ
ਤੁਸੀਂ ਹਮੇਸ਼ਾ ਮੈਂਸ਼ਨ ਕਰਦੇ ਰਹੋਗੇ ਗੁੱਡ ਸਿਨੇਮੇ ਦਾ, ਜਦੋਂ ਵੀ ਜ਼ਿਕਰ ਆਊਗਾ, ਕਿਸੇ ਇੰਡੀਅਨ ਸਿਨੇਮੇ ਦਾ ਜ਼ਿਕਰ ਆਊਗਾ ਜਾਂ ਕਿਤੇ ਬਿਹਤਰੀਨ ਸਿਨੇਮੇ ਦਾ ਜ਼ਿਕਰ ਆਊਗਾ, ਤੁਸੀਂ ਕਿਵੇਂ ਭੁੱਲ ਸਕਦੇ ਹੋ ਕਿ ਕਿਤੇ ਮੁਗਲੇ ਆਜ਼ਮ ਦਾ ਜ਼ਿਕਰ ਹੀ ਨਾ ਕਰੋ, ਜੋ ਉਹਨਾਂ ਨੇ ਸਲੀਮ ਕੀਤਾ ਉਹਦਾ ਜ਼ਿਕਰ ਨਾ ਕਰੋ, ਜਾਂ ਗੰਗਾ ਜਮਨਾ ਦਾ ਗੰਗਾ। ਹਿੰਦੁਸਤਾਨ ਫਿਲਮ ਇੰਡਸਟਰੀ ਨੂੰ ਐਂਗਰੀ ਯੰਗ ਮੈਨ ਬਾਅਦ 'ਚ ਮਿਸਟਰ ਬਚਨ ਵੇਲੇ ਨਹੀਂ, ਗੰਗਾ ਜਮਨਾ ਦੇ ਗੰਗਾ ਨਾਲ ਮਿਲਿਆ, ਜਾਂ ਮਦਰ ਇੰਡੀਆ ਦਾ ਜੋ ਕਰੈਕਟਰ ਸੀਗਾ ਦੱਤ ਸਾਹਿਬ ਨੇ ਕੀਤਾ ਉਹਦੇ ਨਾਲ ਮਿਲਿਆ। ਉਹ ਪਹਿਲੀਆਂ ਫਿਲਮਾਂ ਸੀ ਜਿਸ 'ਚ ਐਂਗਰੀ ਯੰਗ ਮੈਨ ਨਜ਼ਰ ਆਇਆ ਹੈ, ਜਿਸ ਬੰਦੇ ਨੂੰ ਇੱਕ ਅਜਿਹਾ ਯੰਗ ਮੈਨ ਜੋ ਸਿਸਟਮ ਤੋਂ ਦੁਖੀ ਹੋ ਜਾਂਦਾ ਹੈ ਜਾਂ ਸਮਾਜ ਤੋਂ ਦੁਖੀ ਹੋ ਜਾਂਦਾ, ਫਿਰ ਉਹ ਰਿਐਕਟ ਕਰਦਾ ਹੈ। ਉਹਨਾਂ ਫਿਲਮਾਂ 'ਚ ਸੀ ਪਹਿਲੀ ਵਾਰੀ। ਮਾਨ ਸਾਹਿਬ, ਮੈਂ ਸਮਝਦਾ ਕਿ ਤੁਸੀਂ ਬੜੇ ਭਾਗਾਂ ਵਾਲੇ ਹੋ, ਤੁਹਾਨੂੰ ਕਾਫੀ ਸਮਾਂ ਉਹਨਾਂ ਦੀ ਛਤਰ ਛਾਇਆ ਹੇਠ ਕੰਮ ਕਰਨ ਦਾ ਮੌਕਾ ਮਿਲਿਆ, ਸਿੱਖਣ ਦਾ ਮੌਕਾ ਮਿਲਿਆ। ਤੁਹਾਡੀ ਅਦਾਕਾਰੀ ਦੇ ਵਿੱਚੋਂ ਉਹਨਾਂ ਦੀ ਸਾਫ਼ ਝਲਕ ਵਿਖਾਈ ਦਿੰਦੀ ਹੈ। ਜਦੋਂ ਫਿਲਮ ਕਲਿੰਗਾ ਦੇ ਵਾਸਤੇ ਉਹਨਾਂ ਨੇ ਤੁਹਾਨੂੰ ਹੀਰੋ ਚੁਣਿਆ ਔਰ ਡਾਇਲੌਗ ਬਲਦੇਵ ਗਿੱਲ ਹੁਣੀ ਲਿਖ ਰਹੇ ਸਨ, ਮੈਂ ਚਾਹੂੰਗਾ ਕਿ ਦਰਸ਼ਕਾਂ ਦੇ ਨਾਲ ਆਪਣੇ ਨਿੱਜੀ ਤਜਰਬੇ ਦੀਆਂ ਉਹ ਕੁਝ ਯਾਦਾਂ ਜ਼ਰੂਰ ਸਾਂਝੀਆਂ ਕਰੋ। ਗਿੱਲ ਸਾਹਿਬ ਕਲਿੰਗਾ ਦੇ ਪਹਿਲਾਂ ਤੋਂ ਡਾਇਲੌਗ ਲਿਖ ਰਹੇ ਸੀ, ਤਾਂ ਮੇਰੀਆਂ ਫੋਟੋਗ੍ਰਾਫਸ ਮੀਨਾਕਸ਼ੀ ਸ਼ਿਜਾਦਰੀ ਜੋ ਹੀਰੋਇਨ ਸੀ ਕਲਿੰਗਾ ਦੀ, ਔਰ ਉਸ ਵਕਤ ਪਹਿਲੇ ਦੋਸਤਾਨਾ ਚਾਹੁੰਦੀ ਸੀ ਹਿੰਦੁਸਤਾਨੀ ਫਿਲਮ ਇੰਡਸਟਰੀ 'ਚ ਐਜ਼ ਏ ਹੀਰੋਇਨ, ਉਹਨਾਂ ਨੇ ਫੋਟੋਗ੍ਰਾਫਸ ਮੇਰੀਆਂ ਦਲੀਪ ਸਾਹਿਬ ਕੋਲ ਭੇਜੀਆਂ ਸੀ। ਔਰ ਜਦੋਂ ਉਹਨਾਂ ਨੇ ਆਫਿਸ 'ਚ ਆ ਕੇ ਉਹ ਫੋਟੋਗ੍ਰਾਫਸ ਦਿਖਾਈਆਂ ਅਸਿਸਟੈਂਟ ਨੂੰ, ਤਾਂ ਗਿੱਲ ਸਾਹਿਬ ਵੀ ਉੱਥੇ ਬੈਠੇ ਸੀ, ਤੇ ਇਹਨਾਂ ਨੇ ਫੋਟੋਗ੍ਰਾਫਸ ਦੇਖ ਕੇ ਕਿਹਾ ਕਿ ਇਹ ਤਾਂ ਮੇਰੀ ਫਿਲਮ ਦਾ ਹੀਰੋ ਹੈ। ਕਿਉਂਕਿ ਗਿੱਲ ਸਾਹਿਬ ਉਦੋਂ ਨਸੀਬੋ ਬਣਾ ਰਹੇ ਸੀ ਐਜ਼ ਏ ਰਾਈਟਰ ਔਰ ਐਜ਼ ਏ ਪ੍ਰੋਡਿਊਸਰ ਵੀ, ਔਰ ਉਹਦਾ ਇੱਕ ਸ਼ਡਿਊਲ ਹੋ ਚੁੱਕਿਆ ਸੀਗਾ। ਉਹਨਾਂ ਦੇ ਯਾਰ ਮੈਨੂੰ ਤਾਂ ਬੜਾ ਪ੍ਰੋਮਿਸਿੰਗ ਲੱਗ ਰਿਹਾ ਲੜਕਾ ਫੋਟੋਗ੍ਰਾਫਸ ਤੋਂ ਵਟ ਯੂ ਥਿੰਕ। ਉਹਦੇ ਗਿੱਲ ਸਾਹਿਬ ਨੇ ਵੀ ਬਾਲਾ ਰਿਸਕ ਨਾ ਲੈਂਦੇ ਹੋਏ ਕਿਹਾ ਜੀ ਮੇਰੀ ਫਿਲਮ ਦੇ ਰਸ਼ੇਜ਼ ਹੈਗੇ ਨੇ, ਤੁਸੀਂ ਆਪ ਹੀ ਵੇਖ ਲਓ। ਤਾਂ ਫਿਰ ਇਹਨਾਂ ਨੇ ਇੱਕ ਆਪਦੇ ਐਡੀਟਿੰਗ ਰੂਮ ਚੋਂ ਚੱਕ ਕੇ ਰਸ਼ੇਜ਼ ਮੇਰੇ ਪਾਰਟ ਵਾਲੇ ਨਸੀਬੋ ਦੇ ਉੱਥੇ ਲੈ ਕੇ ਗਏ, ਔਰ ਦਲੀਪ ਸਾਹਿਬ ਨੇ ਦੇਖੇ, ਔਰ ਫਿਰ ਉਹਨਾਂ ਨੂੰ ਅੱਛੇ ਲੱਗੇ। ਉਹਨਾਂ ਨੇ ਕੀ ਕਿਹਾ, ਗਿੱਲ ਸਾਹਿਬ ਬੈਟਰ ਦੱਸ ਸਕਦੇ ਨੇ। ਔਰ ਫਿਰ ਉਹਨਾਂ ਨੇ ਆਪਦੇ ਅਸਿਸਟੈਂਟਸ ਨੂੰ ਕਿਹਾ ਕਿ ਜੋ ਬਾਕੀ ਮੁੰਡਿਆਂ ਦੇ ਟੈਸਟ ਲੈ ਰਹੇ ਹੋ ਤੁਸੀਂ, ਸਕਰੀਨ ਟੈਸਟ, ਇਹਦਾ ਮੁੰਡੇ ਦਾ ਵੀ ਲਓ, ਮੈਨੂੰ ਪ੍ਰੋਮਿਸਿੰਗ ਲੱਗ ਰਿਹਾ। ਸਨੀ ਦਿਓਲ ਪਹਿਲਾਂ ਕਰ ਰਿਹਾ ਸੀ ਕਲਿੰਗਾ ਐਜ਼ ਏ ਹੀਰੋ, ਔਰ ਉਹਦੇ ਕੁਝ ਮਸਲੇ ਹੋ ਗਏ ਸੀ, ਤਾਂ ਉਹਨੂੰ ਰਿਪਲੇਸ ਕਰਨਾ ਸੀ, ਤਾਂ ਉਹਦੇ ਲਈ ਸਕਰੀਨ ਟੈਸਟ ਲਏ ਜਾ ਰਹੇ ਸੀ। ਉਹ ਸ਼ਾਹਰੁਖ ਵੀ ਸੀ, ਬਹੁਤ ਸਾਰੇ ਲੋਕ ਸੀ ਉਦੋਂ, 100-200। ਫਿਰ ਉਹਦੇ 'ਚੋਂ 7-8 ਜਣੇ ਸਿਲੈਕਟ ਕੀਤੇ ਗਏ ਸੀ, ਫਿਰ ਉਹਨਾਂ ਦਾ ਸੀ, ਔਰ ਫਿਰ ਉਹਦੇ 'ਚੋਂ ਮੈਨੂੰ ਉਹਨਾਂ ਨੇ ਫੜਿਆ। ਮਾਨ ਸਾਹਿਬ, ਮੈਂ ਸਮਝਦਾ ਕਿ ਫਿਲਮ ਕਲਿੰਗਾ ਦੀ ਪ੍ਰੋਡਕਸ਼ਨ ਦੇ ਦੌਰਾਨ ਤੁਹਾਨੂੰ ਕਈ ਸਾਲ ਉੱਥੇ ਰਹਿਣ ਦਾ ਮੌਕਾ ਮਿਲਿਆ। ਕਈ ਉਹਨਾਂ ਦੀਆਂ ਸਿੱਖਿਆਵਾਂ ਜਿਹੜੀਆਂ ਹਨ ਉਹ ਤੁਹਾਡੇ ਵਾਸਤੇ ਸਰਮਾਇਆ ਹਨ। ਸਮਾਂ ਥੋੜ੍ਹਾ ਹੈ, ਫਿਰ ਵੀ ਕੋਈ ਹੋਰ ਯਾਦ ਸਾਂਝੀ ਕਰਨੀ ਚਾਹੋ। ਜੋ ਉਹਨਾਂ ਨਾਲ ਰਹਿੰਦੀਆਂ ਤਾਂ ਬੇਸ਼ੁਮਾਰ ਗੱਲਾਂ ਨੇ, ਮੈਂ ਕਿਤਾਬ ਲਿਖ ਸਕਦਾ ਪੂਰੀ, ਜੋ ਮੈਨੂੰ ਸਿੱਖਣ ਨੂੰ ਮਿਲਿਆ। ਕਿਉਂਕਿ ਮੈਂ ਇੱਕ ਗੱਲ ਕਹੂੰਗਾ, ਸਿੱਖਦੇ ਉਦੋਂ ਨਹੀਂ ਕਿ ਜਦੋਂ ਸਿੱਖਣ ਲਈ ਬਹਿੰਦੇ ਹੋ, ਸਿੱਖਦੇ ਉਦੋਂ ਆ ਜਦੋਂ ਤੁਸੀਂ ਸਿੱਖ ਨਹੀਂ ਰਹੇ ਹੁੰਦੇ ਪਰ ਫਿਰ ਵੀ ਸਿੱਖ ਰਹੇ ਹੁੰਦੇ ਹੋ। ਕਿਉਂਕਿ ਬੰਦਾ ਜਦੋਂ ਤੁਹਾਨੂੰ ਕੋਈ ਟੀਚਰ ਬਣ ਕੇ ਸਿਖਾ ਰਿਹਾ ਹੋਵੇ ਜਾਂ ਕੋਚ ਬਣ ਕੇ, ਤੁਸੀਂ ਬਹੁਤ ਥੋੜਾ ਸਿੱਖ ਪਾਉਂਦੇ ਹੋ। ਪਰ ਜਦੋਂ ਉਹ ਆਪਦੇ ਐਕਟ 'ਚ ਹੋਵੇ ਔਰ ਉਹਦੇ ਫੁੱਲ ਮੂਡ 'ਚ, ਉਹਦੇ 'ਚ ਖੁੱਭਿਆ ਹੋਇਆ, ਉਹਦੇ ਵਿੱਚ ਗਵਾਚਿਆ ਹੋਇਆ ਆਪਦਾ ਕੰਮ ਕਰ ਰਿਹਾ ਹੋਵੇ ਔਰ ਤੁਸੀਂ ਉਹਨੂੰ ਵਾਚ ਕਰ ਰਹੇ ਹੋ, ਤੁਸੀਂ ਉਦੋਂ ਸਭ ਤੋਂ ਜ਼ਿਆਦਾ ਸਿੱਖਦੇ ਹੋ ਅਟਵਾਲ ਸਾਹਿਬ। ਉਦੋਂ ਸਿੱਖਦੇ ਹੋ, ਮੈਂ ਉਦੋਂ ਸਿੱਖਿਆ। ਸੋ ਬੇਸ਼ੁਮਾਰ ਗੱਲਾਂ ਨੇ, ਜੋ ਪੌਜ਼ ਕੀ ਹੁੰਦਾ ਹੈ, ਕਰੈਕਟਰ ਦੇ ਅੰਦਰ ਜਾਣਾ ਕੀ ਹੁੰਦਾ ਹੈ, ਇਮੋਸ਼ਨਲ ਬ੍ਰੇਕਡਾਊਨ, ਇਹ ਬੜੀ ਜ਼ਰੂਰੀ ਚੀਜ਼ ਉਹਨਾਂ ਨੇ ਮੈਨੂੰ ਕਹੀ ਸੀ ਕਿ ਹਰ ਬੰਦੇ ਦਾ, ਐਕਟਰ ਦਾ ਅਗਰ ਇਮੋਸ਼ਨਲ ਬ੍ਰੇਕਡਾਊਨ ਹੋਇਆ ਤਾਂ ਉਹ ਜ਼ਿਆਦਾ ਬੈਟਰ ਐਕਟਰ ਹੋ ਸਕਦਾ ਹੈ। ਇਮੋਸ਼ਨਲ ਬ੍ਰੇਕਡਾਊਨ ਤੁਹਾਡਾ ਇਸ਼ਕਾਂ 'ਚ ਵੀ ਹੁੰਦਾ ਹੈ। ਲਿਟਰੇਚਰ ਦੀ ਵਾਕਫੀਅਤ ਹੋਣੀ ਚਾਹੀਦੀ, ਜੋ ਮੈਂ ਪਹਿਲਾਂ ਹੀ ਪੜ੍ਹਦਾ ਸੀ। ਹੁਣ ਉਹ 18 ਲੈਂਗੁਏਜ ਜਾਣਦੇ ਸੀ, ਤਾਂ ਉਹਨਾਂ ਨੇ ਬੇਤਹਾਸ਼ਾ ਲਿਟਰੇਚਰ ਪੜ੍ਹਿਆ ਹੋਇਆ ਸੀ, 18 ਜ਼ੁਬਾਨਾਂ, ਪਰ ਮੇਰੇ ਨਾਲ ਹਮੇਸ਼ਾ ਪੰਜਾਬੀ 'ਚ ਗੱਲ ਕਰਦੇ ਸੀ। ਸੋ ਗੱਲਾਂ ਤਾਂ ਇੰਨੀਆਂ ਨੇ ਅਟਵਾਲ ਸਾਹਿਬ ਕੇ ਮੈਂ ਦੱਸਣ ਬੈਠਾ ਤਾਂ। ਸਹੀ ਗੱਲ ਹੈ ਜੀ। ਮਾਨ ਸਾਹਿਬ, ਮੈਂ ਚਾਹੂੰਗਾ ਕਿ ਤੁਹਾਨੂੰ ਇੰਨੇ ਨੁਕਤੇ ਉਹਨਾਂ ਨੇ ਜਿਹੜੇ ਦਿੱਤੇ, ਉਹਨਾਂ ਦੇ ਵਿੱਚੋਂ ਕੋਈ ਇੱਕ ਅੱਧਾ ਨੁਕਤਾ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰੋ। ਕਿਉਂਕਿ ਤੁਹਾਡੀ ਡਾਇਰੈਕਸ਼ਨ ਦੇ ਵਿੱਚ ਵੀ ਮੈਂ ਵੇਖਿਆ, ਜਿਨ੍ਹਾਂ ਨੂੰ ਲੋਕੀ ਕਹਿੰਦੇ ਸੀ ਨਾ ਕਿ ਇਹ ਐਕਟਰ ਥੋੜ੍ਹੀ ਆ, ਇਹਨਾਂ ਨੂੰ ਐਕਟਿੰਗ ਦਾ ਕੀ ਪਤਾ, ਤੁਸੀਂ ਉਹਨਾਂ ਤੋਂ ਇੰਨੇ ਵਧੀਆ ਰੋਲ ਕਰਵਾ ਲਏ ਆਪਣੀਆਂ ਫਿਲਮਾਂ ਦੇ ਵਿੱਚ। ਇੱਕ ਐਕਟਰ ਨੂੰ ਕਰੈਕਟਰ ਦੇ ਵਿੱਚ ਆਉਣ ਦੇ ਵਾਸਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਸਭ ਤੋਂ ਪਹਿਲੀ ਗੱਲ ਕੀ ਹੈ ਕਿ ਮੈਂ ਆਪਦੇ ਆਪ ਨੂੰ ਭੁੱਲ ਜਾ ਮੈਂ ਕੌਣ ਹਾਂ, ਤੇ ਮੈਂ ਜੋ ਰੋਲ ਅਦਾ ਕਰ ਰਿਹਾ ਜਾਂ ਨਿਭਾ ਰਿਹਾ ਉਹਦੇ ਵਿੱਚ ਚਲਿਆ ਜਾਵਾਂ, ਜਾਂ ਮੇਰੇ ਅੰਦਰ ਉਹ ਆ ਜੇ, ਔਰ ਜੋ ਵੀ ਮੈਂ ਕਰਾਂ, ਹੱਸਾਂ, ਰੋਵਾਂ, ਬੋਲਾਂ, ਰੋਮਾਂਸ ਕਰਾਂ, ਲੜਾਂ, ਮੈਂ ਨਹੀਂ, ਉਹ ਕਰੈਕਟਰ ਕਰੇ, ਔਰ ਕਰੇ ਵੀ ਸੱਚਾ।
एक्टिंग की होती है, सब कुछ झूठ है लेकिन वो सच्ची लगे। दिस इज परफॉर्मेंस। जे दिलीप साहब की गल कर रहे हैं तो मैं कहूँगा उन्होंने वो फिल्मां देखो, तुहानूं पता लगूगा कि एट ए टाइम वो मुगले आजम भी कर रही सी और गंगा जमुना भी। एक पासे पिंड दा गंगा ਜਿਹੜੇ ਆਪਦੇ ਹੱਥ ਐ ਹਿਲਾਉਂਦਾ ਹੈ ਕਿਉਂਕਿ ਆਪਣੇ ਪਿੰਡਾਂ 'ਚ ਜ਼ਿਆਦਾ ਹਿਲਾਉਂਦੇ ਨੇ, ਔਰ ਬਹੁਤ ਹੀ ਦੇਸੀ ਵੇ ਨਾਲ ਉਹਦਾ ਹਰ ਇਮੋਸ਼ਨ ਬੜਾ ਦੇਸੀ ਹੈ। ਜਦੋਂ ਪ੍ਰਿੰਸ ਸਲੀਮ ਕਰ ਰਹੇ ਨੇ ਉਹ ਸ਼ਹਿਜ਼ਾਦਾ ਸਲੀਮ, ਤਾਂ ਉੱਥੇ ਉਹ ਇੱਕ ਅਜਿਹਾ ਕਰੈਕਟਰ ਹੈ ਜਿਹਦਾ ਫਲਿਕਰ ਵੀ ਐਵੇਂ ਨਹੀਂ ਹੁੰਦਾ, ਹੱਥ ਹਿਲਾਉਣਾ ਤਾਂ ਦੂਰ ਦੀ ਗੱਲ ਰਹੀ, ਇੱਕ ਤਮੀਜ਼ ਔਰ ਤਹਿਜ਼ੀਬ 'ਚ ਬੰਨਿਆ ਹੋਇਆ। ਸੋ ਦੋਨਾਂ ਦਾ ਫਰਕ ਵੇਖੋ। ਐਟ ਏ ਟਾਈਮ ਇੱਕ ਐਕਟਰ ਦੋ ਰੋਲ ਨਿਭਾ ਰਿਹਾ ਹੈ, ਦੋ ਅਲੱਗ ਅਲੱਗ ਜਾਨਾਂ, ਔਰ ਤੁਹਾਨੂੰ ਨਜ਼ਰ ਆਊਗਾ ਕਿ ਇਸ ਵਕਤ ਇਹ ਹੈ, ਇਸ ਵਕਤ ਇਹ ਹੈ। This is performance. ਧੰਨਵਾਦ ਮਾਨ ਸਾਹਿਬ। ਮੈਂ ਜਾਂਦੇ ਜਾਂਦੇ ਪੁੱਛਣਾ ਚਾਹੂੰਗਾ ਕਿ ਕਰੋਨਾ ਦੇ ਕਰਕੇ ਸਾਰਾ ਮਾਹੌਲ ਜਿਹੜਾ ਹੈ ਅਪਸੈਟ ਰਿਹਾ ਹੈ, ਫਿਲਮਾਂ ਰਿਲੀਜ਼ ਨਹੀਂ ਹੋਈਆਂ। ਤੁਸੀਂ ਵੀ ਫਿਲਮ ਸੁੱਚਾ ਸੂਰਮਾ ਬਣਾਈ ਸੀ, ਉਹ ਕਦੋਂ ਰਿਲੀਜ਼ ਹੋਵੇਗੀ ਤੇ ਕੀ ਅੱਜ ਕੱਲ੍ਹ ਕਿਸੇ ਹੋਰ ਫਿਲਮ ਤੇ ਵੀ ਕੰਮ ਹੋ ਰਿਹਾ? ਮੈਨੂੰ ਲੱਗਦਾ ਕਰੋਨਾ ਦਾ ਮਾਮਲਾ ਹੱਲ ਹੋ ਜੇ ਉਸ ਤੋਂ ਬਾਅਦ ਫਿਰ ਉਹਨੂੰ ਜਲਦੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਹੋਰ ਫਿਲਮ ਸ਼ੂਟ ਕਰਨ ਜਾ ਰਹੇ ਹਾਂ, ਕੁਛ ਹਿੱਸਾ ਉਹਦਾ ਇੰਡੀਆ 'ਚ, ਪਹਿਲਾਂ ਸ਼ਾਇਦ ਇੰਗਲੈਂਡ ਜਾਂ ਤੁਹਾਡੇ ਹੀ ਇੱਥੇ ਆ ਕੇ ਸ਼ੂਟ ਕਰੀਏ ਸ਼ਾਇਦ, ਤਾਂ ਉਹ ਹੁਣੇ ਜਲਦੀ ਕਰ ਲਾਂਗੇ। ਅਜੇ ਉਹਦਾ ਨਾਮ ਨਹੀਂ ਰੱਖਿਆ ਗਿਆ ਕੋਈ, ਉਹ ਮੈਂ ਤੁਹਾਨੂੰ ਦੱਸੂਗਾ। ਮਾਨ ਸਾਹਿਬ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਵਾਸਤੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਐਕਟਰ ਤੇ ਡਾਇਰੈਕਟਰ ਅਮਤੋਜ ਮਾਨ ਸਾਹਿਬ। ਜਿਸ ਤਰ੍ਹਾਂ ਗਿੱਲ ਸਾਹਿਬ ਨੇ ਵੀ ਦੱਸਿਆ, ਮਾਨ ਸਾਹਿਬ ਨੇ ਵੀ ਦੱਸਿਆ ਕਿ ਦਲੀਪ ਕੁਮਾਰ ਸਾਹਿਬ ਪੰਜਾਬੀ ਸਨ ਅਤੇ ਉਹ ਪੰਜਾਬੀਆਂ ਦੇ ਨਾਲ ਪੰਜਾਬੀ 'ਚ ਹੀ ਗੱਲਬਾਤ ਕਰਦੇ ਸਨ। ਪਰ ਤੁਹਾਡੇ ਵਿੱਚੋਂ ਵੀ ਬਹੁਤਿਆਂ ਨੇ, ਮੈਂ ਵੀ ਕਦੀ ਉਹਨਾਂ ਨੂੰ ਪੰਜਾਬੀ ਬੋਲਦੇ ਨਹੀਂ ਸੁਣਿਆ, ਕਿਉਂਕਿ ਕਿਸੇ ਵੀ ਫਿਲਮ ਦੇ ਵਿੱਚ ਉਹਨਾਂ ਨੇ ਕੋਈ ਐਸਾ ਰੋਲ ਕੀਤਾ ਹੀ ਨਹੀਂ। ਬੜੀ ਮੁਸ਼ਕਿਲ ਦੇ ਨਾਲ ਕੁਝ ਕਲਿੱਪਸ ਜਿਹੜੇ ਹਨ ਮੈਂ ਲੱਭੇ ਹਨ, ਜਿਹੜੇ ਤੁਹਾਡੇ ਨਾਲ ਸਾਂਝੀ ਕਰਨੇ ਚਾਹੁੰਦਾ ਹਾਂ। ਇੱਕ ਤਾਂ ਉਹ ਆਪਣੇ 75ਵੇਂ ਬਰਥਡੇ ਤੇ ਕੋਈ 23 ਸਾਲ ਪਹਿਲਾਂ ਆਪਣੀ ਜਨਮ ਭੂਮੀ ਪਸ਼ਾਵਰ ਪਾਕਿਸਤਾਨ ਦੇ ਵਿੱਚ ਹੈ ਜੋ ਹੁਣ, ਉੱਥੇ ਗਏ ਸਨ। ਉਸ ਸਮੇਂ ਦੇ ਕੁਝ ਯਾਦਗਾਰੀ ਪਲਾਂ ਦੇ ਵਿੱਚੋਂ ਇਹ ਕੁਝ ਬੋਲ ਤੁਹਾਡੇ ਨਾਲ ਸਾਂਝੇ ਕਰਦਾ ਹਾਂ। ਇਹ ਹਕੀਕਤ ਹੈ ਕਿ ਜਦ ਉੱਠਣੇ ਬੈਠਣੇ ਦੇ ਆਦਾਬ, ਇੱਕ ਸ਼ਫਕਤ ਇੱਕ ਤਰ੍ਹਾਂ ਦੀ, ਮੁਹੱਬਤ ਇੱਕ ਤਰ੍ਹਾਂ ਦੀ, ਸਾਡੇ ਖਲੂਸ ਔਰ ਸਾਡੇ ਦੋਸਤਾਨੇ ਹੋਈ, ਸਾਡੇ ਮਾਸ਼ਰੇ ਦੀ ਜ਼ਬਾਨ ਹੋਈ, ਸਾਡਾ ਅਖਲਾਕ ਹੋਈ, ਸਾਡੀਆਂ ਕਦਰਾਂ ਹੋਈ। ਉਸ ਦੇ ਬਾਅਦ ਜਿਹੜੀ ਇਹ ਹੱਦਬੰਦੀ ਹੈ, ਇਹ ਕੋਈ ਖੁਸ਼ਦਿਲ ਇਨਸਾਨ ਗਵਾਰਾ ਨਹੀਂ ਕਰਦਾ। ਮੈਨੂੰ ਕਹਿੰਦੇ ਜੀ ਤੁਹਾਡੀ ਉਮਰ ਦੇ 75 ਸਾਲ ਹੋ ਗਏ ਤੇ ਤੁਸੀਂ ਇਹ ਖਾਂਦੇ ਹੋ ਕਿ ਤੁਸੀਂ ਇਸ ਤਰ੍ਹਾਂ ਆਪਣੀ ਸਿਹਤ बढ़ाई ਹੈ। ਤੇ ਇਹ ਦੂਸਰਾ ਕਲਿੱਪ ਮਲਕਾ ਤਰਨਮ ਨੂਰ ਜਹਾਂ ਜੀ ਦੇ ਨਾਲ ਉਹਨਾਂ ਦੀ ਪੰਜਾਬੀ ਦੇ ਵਿੱਚ ਹੋਈ ਗੱਲਬਾਤ ਦੇ ਵਿੱਚੋਂ ਹੈ। ਮੇਰਾ ਖਿਆਲ ਹੈ ਮੈਂ ਕਿੰਨੀ ਖੁਸ਼ਨਸੀਬ ਹਾਂ, ਪਹਿਲਾ ਟਾਈਮ ਹੈ ਤੁਹਾਡੀ ਵੀ ਜ਼ਿੰਦਗੀ 'ਚ ਕਿ ਤੁਸੀਂ ਇਸ ਤਰ੍ਹਾਂ ਕਿਸੇ ਨੂੰ ਪਿਆਰ ਨਾਲ ਵਕਤ ਦਿਓ ਔਰ ਇੰਟਰਵਿਊ ਕਰੋ, ਔਰ ਇਹ ਤੁਹਾਡਾ ਪਿਆਰ। ਤੁਸੀਂ ਤਾਂ ਬਹੁਤ ਸਾਰੇ ਇੰਟਰਵਿਊ ਦੇ ਚੁੱਕੇ, ਲੇਕਿਨ ਮੈਂ ਪਹਿਲੀ ਵਾਰ ਲੈ ਰਿਹਾ। ਨਹੀਂ ਬਿਲਕੁਲ ਠੀਕ ਹੈ, ਨਹੀਂ ਹੈ ਮੇਰੀ ਖੁਸ਼ਨਸੀਬੀ ਹੈ ਨਾ। ਤੇ ਇੱਕ ਹੋਰ ਕਲਿੱਪ ਤੁਹਾਡੇ ਵਾਸਤੇ ਪੇਸ਼ ਕਰਦਾ ਹਾਂ, ਜਿਹੜਾ ਕਿ ਉਹਨਾਂ ਦੀ ਕੈਨੇਡਾ ਫੇਰੀ ਦੇ ਦੌਰਾਨ ਟੋਰਾਂਟੋ ਦੇ ਵਿੱਚ ਹੋਏ ਇੱਕ ਫੰਡ ਰੇਜ਼ਰ ਦੇ ਵਿੱਚੋਂ ਹੈ। ਇਹ ਹੈਗਾ ਕਿ ਇਹ ਅੰਨੇ ਬੱਚਿਆਂ ਦੀ ਤਾਲੀਮ ਵਾਸਤੇ, ਉਹਨਾਂ ਦੀ ਦਿਲਚਸਪੀ ਵਾਸਤੇ ਅੰਨੇ ਸਟੂਡੈਂਟ ਜਿਹੜੇ ਹੈਗੇ ਲਾਅ ਦੇ, ਲਿਟਰੇਚਰ, ਹਿਸਟਰੀ, ਹਾਇਰ ਸਟੱਡੀਜ਼ ਕਰ ਰਹੇ ਨੇ, PhDs ਕਰ ਰਹੇ ਨੇ, ਉਹਨਾਂ ਦੇ ਵਾਸਤੇ ਅਸੀਂ ਇਹ ਰਿਕਾਰਡਿੰਗ ਬੁੱਕਸ ਦਾ ਪ੍ਰੋਜੈਕਟ ਹੈ ਜਿਹੜਾ ਚੱਲ ਰਿਹਾ ਇਸ ਵੇਲੇ। ਸਾਡੇ ਕੋਲ ਕੋਈ ਤਕਰੀਬਨ 1,30,000 ਟੇਪਸ ਹੈਗੇ, 30,000 ਸਾਡੇ ਕੋਲ ਮਸ਼ੀਨਾਂ ਹੈਗੀਆਂ, ਅਸੀਂ ਫ੍ਰੀ ਸਪਲਾਈ ਕਰਨੇ, ਇੱਕ ਪੈਸਾ ਨਹੀਂ ਲੈਂਦੇ। ਗੌਰਮੈਂਟ ਵੀ ਸਾਡੇ ਕੋਲ ਇੱਕ ਪੈਸਾ ਵੀ ਨਹੀਂ ਲੈਂਦੀ ਪੋਸਟੇਜ ਦਾ, ਲਿਆਣੇ ਲਿਜਾਣੇ ਦਾ। ਅਤੇ ਉਸ ਵਾਸਤੇ ਮੈਂ ਆਇਆ ਕਿਉਂਕਿ 2 ਕਰੋੜ ਤੇ 60 ਲੱਖ ਦਾ ਇਹ ਪ੍ਰੋਜੈਕਟ ਹੈਗਾ ਜਿਹੜਾ ਕਿ ਅਲੀ ਵਰਕ ਕਰ ਰਿਹਾ, ਇੱਕ ਛੋਟੀ ਜਿਹੀ ਜਗ੍ਹਾ 'ਚ ਕਰ ਰਿਹਾ। ਉਸ ਵਾਸਤੇ ਗੌਰਮੈਂਟ ਆਫ ਮਹਾਰਾਸ਼ਟਰ ਨੇ ਸਾਨੂੰ ਵੱਡੀ ਜ਼ਮੀਨ ਦਿੱਤੀ ਹੈ ਅਤੇ 2 ਕਰੋੜ 60 ਲੱਖ ਰੁਪਏ 'ਚੋਂ ਅਸੀਂ ਤਕਰੀਬਨ 1 ਕਰੋੜ ਤੇ 20 ਲੱਖ ਰੁਪਇਆ ਇਕੱਠਾ ਕਰ ਚੁੱਕਿਆ। ਮੈਂ ਇਸ ਵੱਡੇ ਸਿਲਸਿਲੇ ਦੀ ਇੱਕ ਛੋਟੀ ਜਿਹੀ ਕੜੀ ਹਾਂ, ਇਹ ਨਾ ਸਮਝਣਾ ਕਿ ਮੈਂ ਹੀ ਸਭ ਕੁਛ ਹੈਗਾ, ਲੇਕਿਨ ਮੈਂ ਆਇਆ ਅਤੇ ਹੁਣ ਮੇਰੀ ਵੀ ਇੱਜ਼ਤ ਦਾ ਸਵਾਲ ਹੈਗਾ ਅਤੇ ਤੁਹਾਡੀ ਵੀ ਇੱਜ਼ਤ ਦਾ ਸਵਾਲ ਹੈਗਾ। ਕੈਨੇਡਾ ਜਿਤਨੇ ਵੀ ਪੰਜਾਬੀ ਭਰਾ ਹੈਗੇ ਨੇ ਸਾਡੇ, ਉਹਨਾਂ ਦੀ ਵੀ ਇੱਜ਼ਤ ਦਾ ਸਵਾਲ ਹੈਗਾ ਕਿ ਇਹ ਕੰਮ ਜਿਹੜਾ ਹੈ ਇਹ ਕਾਮਯਾਬ ਹੋ ਜਾਏ। ਜਿਹੜਾ ਵੀ ਡੋਨੇਸ਼ਨ ਦੇਣਾ ਹੋਵੇ ਤਾਂ ਦਿਲ ਖੋਲ ਕੇ ਦੇਣ ਬੰਦੇ, ਤਾਂ ਗੱਲ ਬਣ ਜਾਏਗੀ, ਕੋਈ ਇੱਕ ਇੱਜ਼ਤ ਦਾ ਮਕਾਮ ਹੋ ਜਾਏਗਾ ਸਾਰਿਆਂ ਵਾਸਤੇ। बस इस तो सिवा मैं और कुछ ज़्यादा कहना नहीं गा। हमारे बाद इस महफिल में अफसाने बयां होंगे, हमारे बाद इस महफिल में अफसाने बयां होंगे। बहारें हमको ढूंढेंगी, बहारें हमको ढूंढेंगी, न जाने हम कहाँ होंगे।
ਉਮੀਦ ਕਰਦਾ ਹਾਂ ਸਾਡੇ ਦਰਸ਼ਕਾਂ ਨੂੰ ਦਲੀਪ ਕੁਮਾਰ ਸਾਹਿਬ ਤੇ ਪੇਸ਼ ਕੀਤਾ ਗਿਆ ਇਹ ਖਾਸ ਸੈਗਮੈਂਟ ਪਸੰਦ ਆਇਆ ਹੋਵੇਗਾ। ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਵਿੱਚ ਅਗਲਾ ਸੈਗਮੈਂਟ ਹੋਵੇਗਾ ਸਿੱਖ ਇਤਿਹਾਸ ਦੇ ਪੰਨਿਆਂ ਚੋਂ। ਇਹ ਲੜੀਵਾਰ ਸੈਗਮੈਂਟ ਦੀ ਅਗਲੀ ਕਿਸ਼ਤ ਪੇਸ਼ ਕੀਤੀ ਜਾਵੇਗੀ, ਜਿਸ ਦੇ ਵਿੱਚ ਹਰਜਿੰਦਰ ਸਿੰਘ ਥਿੰਦ ਹੋਣਾ ਦੇ ਨਾਲ ਸ਼ਾਮਲ ਹੁੰਦੇ ਹਨ ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ। ਵੇਖਦੇ ਰਹੋ ਪ੍ਰੋਗਰਾਮ ਦੇਸ਼ ਪ੍ਰਦੇਸ਼। ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਮੇਰੇ ਨਾਲ ਹਨ, ਜਿਹੜੇ ਅੱਜ ਗੱਲਬਾਤ ਕਰ ਰਹੇ ਆ ਇਤਿਹਾਸ ਦੇ ਪੰਨਿਆਂ ਚੋਂ 1748 ਦੇ ਵਿੱਚ ਕੀ ਕੁਝ ਵਾਪਰਦਾ ਹੈ। ਸਿੱਖ ਰਾਜ ਜਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਕਾਇਮ ਹੋਣ ਤੋਂ ਪਹਿਲਾਂ ਮਿਸਲਾਂ ਦੇ ਵਿੱਚ ਜਦੋਂ ਸਰਬੱਤ ਖਾਲਸਾ ਹੋਇਆ ਤਾਂ ਕੀ ਫੈਸਲੇ ਹੋਏ, ਔਰ ਉਹ ਫੈਸਲੇ ਬੜੇ ਦਿਲਚਸਪ ਨੇ, ਬੜੇ ਡੈਮੋਕ੍ਰੈਟਿਕ ਨੇ, ਜਮਹੂਰੀ ਫੈਸਲੇ ਹਨ। ਜਮਹੂਰੀਅਤ ਦੀ ਨੀਂਹ ਉਦੋਂ ਹੀ ਰੱਖ ਦਿੱਤੀ ਗਈ ਜਦੋਂ 10ਵੇਂ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਤੇ 5 ਪਿਆਰਿਆਂ ਤੋਂ ਅੰਮ੍ਰਿਤ ਛਕਿਆ ਅਤੇ ਕਿਹਾ ਕਿ ਸੰਗਤ ਜਿਹੜੀ ਹੈ ਸਭ ਤੋਂ ਉੱਪਰ ਹੈ, ਸਭ ਤੋਂ ਵੱਡੀ ਹੈ। ਸੋ ਉਸੇ ਫਲਸਫੇ ਦੇ ਉੱਤੇ ਸਰਬੱਤ ਖਾਲਸੇ ਦੀ ਜਿਹੜੀ ਆ ਹੋਂਦ ਬਣੀ ਸੀ। ਫਿਰ ਕੀ ਹੋਇਆ? 1748 ਦੇ ਵਿੱਚ ਬਹੁਤ ਅਹਿਮ ਫੈਸਲੇ ਲਏ ਗਏ ਔਰ ਉਨੀ ਫਿਰ ਕਹਾਂ ਇਸ ਪੰਜਾਬ ਦੀ ਹਿਸਟਰੀ ਤੇ ਬਹੁਤ ਬੜਾ ਅਸਰ ਪਾਇਆ ਜੀ। ਅੱਛਾ, ਹੁਣ ਆਪਾਂ ਕੀਤਾ ਸੀ ਜੀ ਵੀ 65 ਜਥਿਆਂ ਤੋਂ 12 ਮਿਸਲਾਂ ਕਰ ਦਿੱਤੀਆਂ ਜੀ, ਠੀਕ ਹੈ, 12 ਮਿਸਲਾਂ ਕਰਤੀਆਂ, ਪਰ ਲੋਇਲਟੀ ਬਣੀ ਰਹੇਗੀ ਜੱਸਾ ਸਿੰਘ ਆਲੂਵਾਲੀਆ। ਜੱਸਾ ਸਿੰਘ ਆਲੂਵਾਲੀਆ ਜਿਹੜਾ ਹੈਗਾ ਉਹ ਲੀਡਰ ਹੋਊਗਾ, ਉਹਦੇ ਪ੍ਰਤੀ ਲੋਇਲਟੀ ਹੋਊਗੀ, ਪਰ ਹਰ ਜਿਹੜਾ ਸਰਦਾਰ ਆ ਉਹਦੇ ਵਿੱਚ ਹਰ ਜਿਹੜਾ ਮਿਸਲ ਦਾ ਸੋਲਜਰ ਆ ਉਹ ਆਪਣੀ ਮਿਸਲ ਬਦਲ ਸਕਦਾ, ਸ਼ਿਫਟ ਕਰ ਸਕਦਾ। ਹੁਣ ਜੇ ਮੈਂ ਤੁਹਾਨੂੰ ਇੱਕ ਮਿੰਟ, ਜੇ ਮੈਨੂੰ ਯਾਦ ਆ ਗਈਆਂ ਤਾਂ ਮੈਂ ਤੁਹਾਨੂੰ ਦੱਸ ਦੂੰਗਾ ਜੀ। ਮਿਸਲਾਂ ਜਿਹੜੀਆਂ ਸੀਗੀਆਂ ਆਮ ਤੌਰ ਤੇ ਜਿਹੜੀਆਂ ਉਹ ਮਿਸਲਾਂ ਸੀਗੀਆਂ ਸ਼ਹੀਦੀ ਮਿਸਲ, ਕਰੋੜ ਸਿੰਘੀਆ ਤੇ ਨਿਸ਼ਾਨ ਵਾਲੀਆ, ਫੁਲਕੀਆਂ, ਡੱਲੇ ਵਾਲੀਆ, ਭੰਗੀ ਤੇ ਆਲੂ ਵਾਲੀਆ, ਸਿੰਘਪੁਰੀਆ, ਰਾਮਗੜੀਆ, ਕਨਈਆ, ਨਕਈ, ਸੁਕਰ ਚੱਕੀਆ, ਕੋਈ ਰਹਿ ਤਾਂ ਨਹੀਂ ਗਈ। ਕਰੋੜਾ ਸਿੰਘ, ਹਾਂ, ਕਰੋੜ ਸਿੰਘੀਆ ਮਿਲਕ। ਇਹ ਜਿਹੜੀ ਕਰੋੜ ਸਿੰਘੀਆ ਮਿਲਕ ਸੀ, ਮੈਂ ਹੁਣ ਆਪਾਂ ਵਿੱਚ ਇਹ ਗੱਲ ਕਰ ਲਈਏ, ਇਹ ਜਿਹੜੀ ਮਿਸਲ ਸੀਗੀ ਇਹ ਜ਼ਿਆਦਾ ਇਹਦਾ ਜਿਹੜਾ ਘੇਰਾ ਆਫ ਇਨਫਲੂਐਂਸ ਇੱਧਰ ਨੂੰ ਸੀ, ਦਿੱਲੀ ਵੱਲ ਨੂੰ ਤੇ ਹਰਿਆਣੇ ਵੱਲ ਨੂੰ ਜ਼ਿਆਦਾ। ਇਹਨਾਂ ਦਾ ਪਹਿਲਾ ਲੀਡਰ ਤਾਂ ਕਰੋੜਾ ਸਿੰਘ ਸੀ, ਪਰ ਉਹ 1765 ਦੇ ਵਿੱਚ ਉਹਦੀ ਡੈਥ ਹੋ ਗਈ। ਉਹ ਤੋਂ ਬਾਅਦ ਫਿਰ ਬਘੇਲ ਸਿੰਘ ਬਣ ਗਿਆ ਇਹਦਾ ਲੀਡਰ, ਕਰੋੜ ਸਿੰਘੀਆ ਦਾ, ਜਿਹਨੇ ਝੰਡਾ ਚਲਾਇਆ। ਇਹ ਜਿਹੜਾ ਬਘੇਲ ਸਿੰਘ ਸੀ ਬੜਾ ਨੈਗੋਸ਼ੀਏਟਰ ਸੀ, ਉਹਦਾ ਵੀ ਫਾਈਟਰ ਵੀ ਬਹੁਤ ਤਕੜਾ ਸੀਗਾ। ਇਹਨ ਜਾ ਕੇ ਵੀ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਜਾ ਕੇ ਇਹਨੇ ਝੰਡਾ ਵੀ ਚਲਾਇਆ, ਤਾਂ ਲਾਲ ਕਿਲੇ ਦੇ ਬਾਦਸ਼ਾਹ ਦੇ ਨਾਲ ਕਰਕੇ ਇਹ ਕੀਤਾ ਵੀ 6 ਆਨੇ ਵਿੱਚੋਂ ਮੈਨੂੰ ਦੇਗਾ ਤੂੰ ਆਪਣੇ, ਜਿੰਨੇ ਤੈਨੂੰ ਆ ਟੈਕਸ ਵਗੈਰਾ ਆਊਗੇ ਜਾ ਕੇ। ਤੇ ਇਹਨੇ ਫਿਰ ਗੁਰਦੁਆਰੇ ਦੀ ਸੇਵਾ ਕਰਾਈ, ਮੇਰਾ ਖਿਆਲ 6-8 ਗੁਰਦੁਆਰੇ ਉੱਥੇ ਇਹਨੇ ਬਣਾਏ ਸੁਕਰ ਚੱਕੀਆ ਦੇ ਵਿੱਚ। ਔਰ ਇਹ 12 ਮਿਸਲਾਂ ਦੇ ਆਪਣੇ ਆਪਣੇ ਸਰਦਾਰ ਸੀਗੇ, ਔਰ ਆਪਣੇ ਆਪਣੇ ਜਿਹੜੇ ਸਰਦਾਰੇ ਇਹ ਕੋਈ ਕਿਸੇ, ਮੇਰਾ ਜੇ ਜ਼ਾਤ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਕੋਈ ਮੈਜੋਰਿਟੀ ਜੱਟ ਸੀਗੇ, ਪਰ ਵਿੱਚ ਖੱਤਰੀ ਵੀ ਸੀਗੇ, ਵਿੱਚ ਰਾਜਪੂਤ ਵੀ ਸੀਗੇ, ਇੱਦਾਂ ਸਾਰੇ ਰਾਮਗੜੀਏ ਵੀ ਸੀਗੇ, ਇੱਦਾਂ ਇਹ ਬਣਦੇ ਗਏ ਜਾ ਕੇ। ਹੁਣ ਉਹਦੇ ਵਿੱਚ ਜਿਹੜਾ ਸੋਲਜਰ ਸੀ ਉੱਦਾਂ ਡੈਮੋਕ੍ਰੈਟਿਕਲੀ ਉਹ ਸੋਲਜਰ ਨੂੰ ਸਰਦਾਰ ਜਿੰਨਾ ਹੀ ਅਧਿਕਾਰ ਸੀ। ਅੱਛਾ ਜੀ। ਉਸ ਵੇਲੇ ਜਿਹੜੀ ਵੰਡ ਹੁੰਦੀ ਸੀ, ਲੁੱਟ ਦੀ ਵੰਡ ਜਾਂ ਜਿਹੜਾ, ਉਹ ਇੱਕੋ ਜਿਹਾ ਵੰਡਿਆ ਜਾਂਦਾ ਸੀ ਸਾਰਿਆਂ ਵਿੱਚ। ਇੱਦਾਂ ਨਹੀਂ ਸੀ ਹੈ ਜਾ ਕੇ ਵੀ ਉਹਨੇ ਜ਼ਿਆਦਾ ਲੈ ਜਾਣਾ ਜਾਂ ਉਹਨੇ, ਇਹ ਸ਼ੁਰੂ ਵਿੱਚ ਉਹ ਜ਼ਿਆਦਾ ਤਾਂ ਘੱਟ ਉਸ ਵੇਲੇ ਨਹੀਂ ਸੀ, ਉਹ ਸਾਰਿਆਂ ਦੇ ਵਿੱਚ ਇੱਕੋ ਜਿਹਾ ਵੰਡਿਆ ਜਾਂਦਾ ਸੀ। ਔਰ ਉਹ ਉੱਥੇ ਜਿਹੜਾ ਸੀਗਾ ਉਹ ਕਿਸੇ ਤੇ ਵੀ ਜਾ ਸਕਦਾ ਸੀ। ਔਰ ਦੂਜੀ ਗੱਲ, ਉਹਦੇ ਵਿੱਚ ਆਉਣ ਦੇ ਲਈ ਉਹ ਜਿਹੜਾ ਸੀ ਉਹਦੇ ਕੋਲ ਕੀ ਚਾਹੀਦਾ, ਇੱਕ ਘੋੜਾ ਚਾਹੀਦਾ ਉਹਦੇ ਕੋਲ, ਤਾਂ ਇੱਕ ਜਿਹੜਾ ਹੈਗਾ ਆ ਉਹ ਆਪਣੇ ਘੋੜ ਸਵਾਰੀ ਆਉਣੀ ਚਾਹੀਦੀ ਹੈ ਜਾ ਕੇ, ਤੇ ਉਹਨੂੰ ਹਥਿਆਰ ਉਹਦੇ ਕੋਲ ਹੋਣਾ ਚਾਹੀਦਾ ਹੈਗਾ, ਤੇ ਉਹ ਸਰਦਾਰ ਪ੍ਰਤੀ ਵਫਾਦਾਰੀ ਉਹਦੀ ਹੋਣੀ ਚਾਹੀਦੀ ਆ। ਤੇ ਕੁਛ ਉਹਨੂੰ ਫਿਰ ਅਸੂਲ ਦੱਸੇ ਜਾਂਦੇ ਹੁੰਦੇ ਸੀ। ਟ੍ਰੇਨਿੰਗ ਕਈ ਵਾਰ ਲੈ ਕੇ, ਕਈ ਵਾਰ ਟ੍ਰੇਨਿੰਗ ਉਹਨੂੰ ਫਿਰ ਦਿੱਤੀ ਵੀ ਜਾਂਦੀ ਹੁੰਦੀ ਸੀ, ਜਿਹੜੀ ਇੱਕ ਲੱਖੀ ਜੰਗਲ ਦੇ ਵਿੱਚ, ਕਾਹਨੂਆਣੀਏ ਦੇ ਜੰਗਲ ਦੇ ਵਿੱਚ ਕੁਛ ਟ੍ਰੇਨਿੰਗ ਗਰਾਊਂਡਸ ਹੁੰਦੀਆਂ ਜਿੱਥੇ ਉਹਨਾਂ ਨੂੰ ਟ੍ਰੇਨ ਕਰਦੇ ਹੁੰਦੇ ਸੀਗੇ। ਪਰ ਕੋਈ ਬੰਦਾ ਵੀ ਆਪਣਾ ਘੋੜਾ ਲੈ ਕੇ ਆ ਕੇ ਮਿਸਲ ਦੇ ਵਿੱਚ ਰਲ ਸਕਦਾ ਸੀ ਜਾ ਕੇ, ਉਹਦੇ ਕੋਲ ਹਥਿਆਰ ਹੋਣਾ ਚਾਹੀਦਾ ਜਾ ਕੇ। ਪਰ ਉਹਦੇ ਵਿੱਚ ਨਾਲ ਉਹਦੇ ਇਹ ਸੀਗੀ ਜਾ ਕੇ ਵੀ ਉਹ ਜਿਹੜਾ ਆਪਣਾ ਘੋੜਸਵਾਰ ਆ, ਘੋੜਸਵਾਰ ਜਿਹੜਾ ਆਉਂਦਾ ਆ ਉਹ ਪਿਆਦਾ ਫੌਜ ਹੈ ਨਾ ਸੀ ਨਾ ਕੋਈ ਕੋਈ ਉਹ ਪੈਦਲ ਨਾ ਸੀ ਹੁੰਦਾ। ਸਾਰੀ ਫੌਜ ਜਿਹੜੀ ਸੀਗੀ ਮਿਸਲਾਂ ਦੀ ਘੋੜਿਆਂ ਤੇ ਸੀਗੀ ਸਾਰੀ ਫੌਜ, ਕਿਉਂਕਿ ਪੈਦਲ ਜਿਹੜਾ ਲੜਨਾ ਆ ਉਹ ਸਿੱਖ ਸੋਲਜਰ ਬਹੁਤ ਬੇਇੱਜ਼ਤੀ ਸਮਝਦਾ ਸੀ ਆਪਣੀ। ਉਹ ਸਮਝਦਾ ਪੈਦਲ ਨਹੀਂ ਲੜਦਾ, ਜਿਹੜਾ ਸਰਦਾਰ ਆ ਘੋੜੇ ਤੇ ਲੜਦਾ, ਘੋੜੇ ਤੇ ਉਹਨੂੰ ਲੜਨਾ। ਹੁਣ ਤੁਹਾਨੂੰ ਮੇਰਾ ਖਿਆਲ
ਮਹਾਰਾਜਾ ਰਣਜੀਤ ਸਿੰਘ ਨੇ ਜਿਸ ਵੇਲੇ ਇਨਫੈਂਟਰੀ ਸ਼ੁਰੂ ਕੀਤੀ ਆ, ਪਿਆਦਾ ਫੌਜ ਸ਼ੁਰੂ ਕੀਤੀ ਆ, ਬਹੁਤ ਸੀਰੀਅਸ ਆਪੋਜੀਸ਼ਨ ਆਈ ਸੀ ਉਹਨਾਂ ਦੇ ਸੀ। ਸਿੱਖ ਸੋਲਜਰ ਆਉਂਦੇ ਨੇ ਸੀ ਉਹਦੇ ਵਿੱਚ ਬੇਇੱਜ਼ਤੀ ਸਮਝਦੇ ਸੀ ਜੀ। ਉਹ ਕਹਿੰਦੇ ਸੀ ਨਹੀਂ ਇਹ ਨਹੀਂ ਅਸੀਂ ਕਰਨੇ ਜਾ ਕੇ। ਫਿਰ ਉਹ ਸਿੱਖ ਸੋਲਜਰ ਜਿਹੜੇ ਸੀ ਉਹ ਪਰੇਡ ਨਹੀਂ ਸੀ ਕਰਦੇ, ਪੀਟੀ ਨਹੀਂ ਸੀ ਕਰਦੇ ਆ। ਉਹ ਕਹਿੰਦੇ ਨਹੀਂ ਡਾਂਸਿੰਗ ਸਟੈਪ ਇਹ ਅਸੀਂ ਤਾਂ ਨੱਚਣ ਵਾਲੀਆਂ ਦੇ ਕੰਮ ਹੈ, ਅਸੀਂ ਪੀਟੀ ਕਿਉਂ ਕਰੀਏ ਜਾ ਕੇ। ਮਤਲਬ ਇੱਦਾਂ ਦੀਆਂ ਵੈਲਿਊਜ਼ ਬਣੀਆਂ ਸੀ ਉਸ ਵੇਲੇ। ਸੋ ਉਸ ਵੇਲੇ ਇੱਦਾਂ ਦੀ ਕੋਈ ਟ੍ਰੇਨਿੰਗ ਨਹੀਂ ਦਿੰਦੇ ਹੁੰਦੇ ਪਏ ਸੋਲਜਰਾਂ ਨੂੰ ਐਂ ਕਰਨਾ, ਪੀਟੀ ਕਰਾਉਣੀ ਹੈ ਜਾਂ ਕਰਨੋ। ਜੰਗ ਉਹਨੂੰ ਸਿਖਾਲਣੀ ਆ ਜਾ ਕੇ, ਹਥਿਆਰ ਉਹਦੇ ਕੋਲ ਹੋਵੇ, ਘੋੜਾ ਆਪਣਾ ਹੋਵੇ, ਤਾਂ ਉਹ ਮਿਸਾਲ ਦੇ ਵਿੱਚ ਆ ਕੇ। ਜਿਹੜਾ ਗੁਰਮਤਾ ਤੁਸੀਂ ਦੱਸਿਆ ਸੀ ਬੜਾ ਦਿਲਚਸਪ ਸੀ ਵੀ ਖਜ਼ਾਨਾ ਲੁੱਟੋ ਤੇ ਉਹਨਾਂ ਦਾ ਹਥਿਆਰ ਲੁੱਟੋ, ਘੋੜੇ ਲੁੱਟੋ। ਉਹਨਾਂ ਦੇ ਤੇ ਅਸਰ ਵੀ ਕੀਤਾ ਫਿਰ ਤੇ ਅਸਰ ਉਹਦੇ ਆਧਾਰ ਤੇ ਚੱਲੇ ਮੈਂ ਸਾਰੇ ਦਿਨ ਸਭ ਉਦੋਂ। ਹੁਣ ਰਫਲਾਂ ਹੋਰ ਕਿੱਥੋਂ ਲੈ ਲਈਆਂ? ਤੋੜੇਦਾਰ ਬੰਦੂਕ ਤਾਂ ਕਿਤੋਂ ਮਿਲਦੀ ਨਹੀਂ ਸੀ ਜਾ ਕੇ। ਉਹ ਫਿਰ ਤੋੜੇਦਾਰ ਬੰਦੂਕ ਇੱਦਾਂ ਲੁੱਟ ਲੈਂਦੇ ਸੀਗੇ ਜਾ ਕੇ। ਹੁਣ ਅੱਗੇ ਆਉਣੇ ਇਹਦੇ ਮੈਂ ਤੁਹਾਨੂੰ ਦੱਸਦਾ ਇਹ ਜਿਸ ਵੇਲੇ ਫਿਰ ਮਿਸਲਾਂ ਦੀ ਫਾਰਮੇਸ਼ਨ ਹੋ ਗਈ ਇਹਨਾਂ ਦੀ ਸਾਰੀ ਜਿਹੜੀ ਹੈਗੀ ਹੈ ਜੀ, ਤੇ ਉਹਦੇ ਨਾਲ ਉਹਦੀ ਇਹ ਜਿਹੜੇ ਫਿਰ ਵਚਨਬੱਧ ਹੋਏ ਉਹ, ਇੱਕ ਤਾਂ ਉਹਦੇ ਲਈ ਇਹ ਜ਼ਰੂਰੀ ਹੁੰਦਾ ਸੀ ਵੀ ਉਹ ਜ਼ੁਲਮ ਦੇ ਖਿਲਾਫ ਲੜਨ ਦੀ ਸਹੁੰ ਚੱਕੇ ਵੀ ਮੈਂ ਜ਼ੁਲਮ ਦੇ ਖਿਲਾਫ ਲੜਨ ਦੀ ਸਹੁੰ ਚੱਕੀ ਆ। ਤੀਜੀ ਜਿਹੜੀ ਉਹਨੇ ਇਹ ਅਸ਼ੋਰ ਕਰਾਇਆ ਵੀ ਜਿਹੜਾ ਇਹ ਸਰਬੱਤ ਖਾਲਸਾ ਆ ਇਹ ਜਿਹੜੀਆਂ ਮਜ਼ਾਰਿਆਂ ਦੀਆਂ ਜ਼ਮੀਨਾਂ ਦੀ ਰਾਖੀ ਕਰਨ ਦੇ ਲਈ ਵਚਨਬੱਧ ਆ ਵੀ ਸਾਡੀ ਇਹ ਕਮਿਟਮੈਂਟ ਆ ਵੀ ਜਿਹੜੇ ਤੁਸੀਂ ਜ਼ਮੀਨਾਂ ਤੇ ਕਬਜ਼ੇ ਕਰ ਲਏ ਮਜ਼ਾਰਿਆਂ ਨੇ ਉਹਨੂੰ ਪ੍ਰੋਟੈਕਟ ਕਰਨਾ ਜਿਹੜਾ ਹੈਗਾ ਇਹ ਸਰਬੱਤ ਖਾਲਸੇ ਦਾ ਧਰਮ ਆ ਔਰ ਉਹਦਾ ਅਸੂਲ ਆ। ਉਹਦੀ ਮੀਟਿੰਗ ਦੇ ਵਿੱਚ ਇਹ ਪਾਸ ਹੋਏ 1748 ਵਾਲੀ ਮੀਟਿੰਗ ਦੇ ਵਿੱਚ ਇਹ ਪਾਸ ਹੋਏ ਜਾ ਕੇ। ਤੇ ਜਿਹੜਾ ਬਾਕੀ ਸੀ ਇਹ ਨਾਲ ਹੋਇਆ ਵੀ ਜਿਹੜੀਆਂ ਮਿਸਲਾਂ ਆ ਜੀ ਇਹ ਧਰਮ ਨਿਰਪੱਖਤਾ ਲਈ ਵਚਨਬੱਧ ਆ। ਅੱਛਾ, ਇਹ ਕਿਸੇ ਨੂੰ ਵੀ ਬਾਈ ਫੋਰਸ ਕਿਸੇ ਦਾ ਰਿਲੀਜਨ ਨਹੀਂ ਬਦਲਾਇਆ ਜਾਊਗਾ। ਇਹ ਨਹੀਂ ਹੋਊਗਾ ਕਿ ਕਿਸੇ ਦਾ ਰਿਲੀਜਨ ਬਦਲਾਇਆ ਜਾਊਗਾ, ਬਾਈ ਫੋਰਸ ਕਿਸੇ ਦਾ ਰਿਲੀਜਨ ਨਹੀਂ ਬਦਲਾਇਆ। ਪਰ ਹਰ ਮਿਸਲ ਦੇ ਵਿੱਚ ਜਿਹੜੇ ਮੈਂਬਰ ਸੀ ਜਿਨ੍ਹਾਂ ਕੋਲ ਫਲੈਕਸੀਬਿਲਿਟੀ ਸੀ ਉਹ ਸਿੱਖ ਹੀ ਸੀ ਜਾਂ ਮੁਸਲਮਾਨ ਵੀ ਸੀ? ਉਹ ਜਿਹੜੇ ਹੇਠਾਂ ਲੜਨ ਵਾਲੇ ਸੀ ਉਹ ਸਾਰੇ ਹੀ ਸੀਗੇ, ਪਰ ਲੀਡਰਸ਼ਿਪ ਸਾਰੀ ਸਿੱਖਾਂ ਕੋਲ ਸੀ। ਅੱਛਾ, ਲੀਡਰਸ਼ਿਪ ਸਾਰੀ ਸਿੱਖਾਂ ਦੇ ਕੋਲ ਸੀ ਸਾਰੇ ਮਿਸਲਾਂ। ਪਰ ਜਿਹੜੇ ਲੜਾਕੇ ਯੋਧੇ ਸੀਗੇ ਉਹ ਜਿਹੜਾ ਵੀ ਜ਼ੁਲਮ ਦੇ ਖਿਲਾਫ ਲੜਨ ਦਾ ਹੀ ਆਪਣੀ ਪ੍ਰਤਿੱਗਿਆ ਕਰਦਾ ਸੀ ਉਹ ਕਹਿੰਦੇ ਆ ਜਾਓ, ਉਹ ਲੜਦੇ ਸੀ। ਤਿੰਨ ਸਾਹਿਬ ਦੇਖੋ ਜਿੱਦਾਂ ਹੁਣ ਮੈਂ ਪਹਿਲਾਂ ਸ਼ਾਇਦ ਸ਼ੁਰੂ ਦੇ ਵਿੱਚ ਵੀ ਇਹ ਗੱਲ ਕੀਤੀ ਹੋਵੇ ਵੀ 6% ਬੰਦੇ ਜਿਹੜੇ ਹੈਗੇ ਆ 6% ਬੰਦੇ ਲੀਡ ਕਰ ਰਹੇ ਆ ਸਾਰੇ ਪੰਜਾਬ ਨੂੰ, ਜਾਨੀ 92-94% ਨੂੰ ਹੋਰ ਇਸੇ ਕਰਕੇ ਕਰ ਰਹੇ ਆ ਵੀ ਉਹ ਸਾਰਿਆਂ ਦੇ ਸਾਂਝੇ ਲੀਡਰ ਸੀਗੇ। ਜੇ ਉਹ ਧਾਰਮਿਕ ਬੰਦੇ ਹੁੰਦੇ, ਧਰਮ ਦੀ ਲੜਾਈ ਲੜਦੇ ਹੁੰਦੇ ਤਾਂ 6% ਕੋਲ ਇੰਨੀ ਤਾਕਤ ਨਹੀਂ ਹੈ ਜਾ ਕੇ ਵੀ ਉਹ ਜਿਹੜੇ ਹੈਗੇ ਆ ਦੂਜਿਆਂ ਨੂੰ ਲੀਡ ਕਰ ਸਕੇ। ਉਹ ਜਿਹੜੇ ਬਾਕੀ 92-94% ਸੇ, ਚਾਹੇ ਉਹ ਮੁਸਲਮਾਨ ਸੇ ਚਾਹੇ ਹਿੰਦੂ ਸੀਗੇ, ਉਹਨਾਂ ਸਾਰਿਆਂ ਦਾ ਫੁੱਲ ਫੇਥ ਸੀਗਾ ਮਿਸਲਾਂ ਦੇ ਉੱਤੇ। ਇਹ ਮਿਸਲ ਜਿਹੜਾ ਐਕਸੈਪਟ ਕਰਦੇ ਇਹ ਬੰਦੇ ਸਾਡੇ ਲਈ ਲੜ ਰਹੇ ਆ, ਇਹ ਬੰਦੇ ਸਾਡੀਆਂ ਜ਼ਮੀਨਾਂ ਲਈ ਲੜ ਰਹੇ ਆ, ਇਹ ਬੰਦੇ ਜਿਹੜੇ ਬਾਹਰੋਂ ਹਮਲਾਵਰ ਸਾਡੇ ਤੇ ਜ਼ੁਲਮ ਕਰਦੇ ਆ ਉਹਨਾਂ ਦੇ ਖਿਲਾਫ ਲੜ ਰਹੇ ਆ ਜਾ ਕੇ, ਇਹ ਸਾਡੀ ਰੱਖਿਆ ਕਰ ਰਹੇ ਜਾ ਕੇ। ਮਿਸਲਾਂ ਤੇ ਇੰਨਾ ਵਿਸ਼ਵਾਸ ਸੀ ਲੋਕਾਂ ਨੂੰ, ਇੰਨਾ ਵਿਸ਼ਵਾਸ ਸੀ ਸਿੰਘ ਸਾਹਿਬ ਉਸ ਵੇਲੇ ਨਿਹੰਗ ਉਹਨਾਂ ਨੂੰ ਕਹਿੰਦੇ ਹੁੰਦੇ ਸੀ। ਲੋਕਾਂ ਵਿੱਚ ਆਮ ਇਹ ਗੱਲ ਚੱਲਦੀ ਸੀ ਆਏ ਨੇ ਨਿਹੰਗ ਬੂਹਾ ਖੋਲਦੇ ਨਿਸ਼ੰਗ। ਫਿਰ ਇੰਨਾ ਇਹਨਾਂ ਤੇ ਫੇਥ ਹੁੰਦਾ ਵੀ ਜੇ ਨਿਹੰਗ ਆਇਆ ਫਿਰ ਕੋਈ ਖਤਰੇ ਵਾਲੀ ਗੱਲ ਨਹੀਂ, ਫਿਰ ਬੂਹਾ ਖੋਲਦੇ। ਇੰਨੇ ਰਿਲਾਇਬਲ ਬੰਦਾ, ਇੰਨਾ ਫੇਥ ਸੀ ਲੋਕਾਂ ਦਾ ਉਹਦੇ ਵਿੱਚ ਆ ਕੇ। ਇਹ ਉਸ ਵੇਲੇ ਕਿਰਦਾਰ ਸੀ ਸਿੱਖ ਦਾ ਉਸ ਵੇਲੇ। ਤਾਂ ਹੀ ਸਾਰਾ ਪੰਜਾਬ ਉਹਨਾਂ ਤੇ ਫੇਥ ਕਰਦਾ ਸੀ, ਤਾਂ ਹੀ ਸਾਰੇ ਪੰਜਾਬ ਨੂੰ ਉਹਨੇ ਆਪਣੇ ਕਬਜ਼ੇ ਵਿੱਚ ਕੀਤਾ, ਤਾਂ ਹੀ ਬਾਹਰਲੇ ਹਮਲਾਵਰ ਉਹ ਰੋਕ ਸਕੇ ਜਾ ਕੇ। ਸੋ ਇਹ 1748 ਦੀ ਮੀਟਿੰਗ ਦੇ ਵਿੱਚ ਇਹ ਅਹਿਮ ਫੈਸਲੇ ਕਰਕੇ ਇਸ ਹੁਣ ਹੁੰਦਾ ਕਿੱਦਾਂ ਸੀ? ਹੁੰਦਾ ਇੱਦਾਂ ਸੀ ਵੀ ਜਦੋਂ ਸਰਬੱਤ ਖਾਲਸੇ ਦੀ ਮੀਟਿੰਗ ਹੁੰਦੀ ਸੀਗੀ ਜਾ ਕੇ ਬਾਹਰੋਂ ਹਮਲਾਵਰ ਆਉਂਦੇ ਸੀਗੇ, ਉਸ ਵੇਲੇ ਫਿਰ ਸਰਦਾਰ ਜਿਹੜੇ ਸੀਗੇ ਉਹਨੇ ਪਹਿਲਾਂ ਆਪਣੀ ਵਿਊ ਬਣਾ ਦੇਣਾ ਜੀ ਆਪਣੇ ਨਾਲ ਗੱਲ ਕਰਕੇ, ਫਿਰ ਸਰਦਾਰਾਂ ਨੇ ਹਥਿਆਰ ਬਾਹਰ ਰੱਖ ਦੇਣੇ। ਜਦ ਅਕਾਲ ਤਖਤ ਦੇ ਅੰਦਰ ਮੀਟਿੰਗ ਕਰਨ ਜਾਣਾ, ਅਕਾਲ ਤਖਤ ਦੇ ਅੰਦਰ ਜ਼ਿਆਦਾ ਮੀਟਿੰਗਾਂ ਹੁੰਦੀਆਂ ਸੀ, ਬਾਹਰ ਜੁੱਤੀਆਂ ਲਾ ਦੇਣੀਆਂ ਜੀ, ਹਥਿਆਰ ਬਾਹਰ ਰੱਖ ਦੇਣੇ ਤੇ ਸਾਰਿਆਂ ਦੇ ਅੰਦਰ ਚੱਲ ਜਾਣਾ। ਅੰਦਰ ਜਾ ਕੇ ਜਿਹੜਾ ਸੀਗਾ ਜੋ ਧਾਰਮਿਕ ਆਪਣੇ ਗ੍ਰੰਥ ਸਾਹਿਬ ਦੀ ਕਾਰਵਾਈ ਹੁੰਦੀ ਉਹ ਕਰਨ ਤੋਂ ਬਾਅਦ ਉੱਥੇ ਫਿਰ ਜਾ ਕੇ ਉਸ ਸਾਰਿਆਂ ਤੇ ਥ੍ਰੈਡਵੇਅਰ ਡਿਸਕਸ਼ਨ ਹੋਣੀ ਸਾਰੇ ਮਸਲੇ ਤੇ। ਇਹ ਅਬਦਾਲੀ ਆਇਆ ਕਿੱਧਰੋਂ ਪੈਣਾ, ਕੀ ਕਰਨਾ, ਕੀ ਜਾਣਾ, ਉਹਦੇ ਵਿੱਚ ਜਾ ਕੇ ਹੁੰਦੇ ਸੀ। ਉੱਥੇ ਫਿਰ ਡਿਸਕਸ਼ਨ ਹੁੰਦੀ ਸੀ। ਡਿਸਕਸ਼ਨ ਹੋਣ ਤੋਂ ਬਾਅਦ ਜੇ ਤਾਂ ਸਰਬਸੰਮਤੀ ਨਾਲ ਫੈਸਲਾ ਹੋ ਗਿਆ ਤਾਂ ਠੀਕ ਹੈ, ਨਹੀਂ ਫਿਰ ਵੋਟਾਂ ਪਾਈਆਂ ਜਾਂਦੀਆਂ ਸੀ। ਵੋਟਾਂ ਪਵਾ ਕੇ ਫਿਰ ਗੁਰਮਤਾ ਪਾਸ ਕੀਤਾ ਜਾਂਦਾ ਸੀ। ਉਹ ਜਿਹੜਾ ਫਿਰ ਗੁਰਮਤਾ ਹੁੰਦਾ ਸੀ ਉਹ ਗੁਰਮਤਾ ਫਿਰ ਬਾਈਂਡਿੰਗ ਹੁੰਦਾ ਸੀ ਸਾਰਿਆਂ ਤੇ। ਉਹਦੇ ਤੇ ਚਾਹੇ ਤੁਸੀਂ ਗੁਰਮਤੇ ਦੇ ਵਿੱਚ ਸਹਿਮਤ ਹੋਵੋ ਚਾਹੇ ਸਹਿਮਤ ਨਾ ਹੋ, ਪਰ ਉਹ ਲਾਗੂ ਹੋਊਗਾ ਸਾਰਿਆਂ ਤੇ। ਕਿਸੇ ਸਰਦਾਰ ਦੇ ਵਿੱਚ ਕਿਸੇ ਮਿਸਾਲ ਦਾ ਇੰਨੀ ਜ਼ਰੂਰਤ ਨਹੀਂ ਹੁੰਦੀ ਹੈ ਵੀ ਉਹ ਜਿਹੜਾ ਗੁਰਮਤ ਆਇਆ ਉਹਦੀ ਉਲੰਘਣਾ ਕਰ ਦੇਵੇ। ਉਹ ਉਲੰਘਣਾ ਉਹ ਲਾਗੂ ਹੋਣਾ ਸਾਰਿਆਂ ਦੇ ਉੱਤੇ ਜਾ ਕੇ। ਵੈਸੇ ਹੁਣ ਇੱਕ ਕਾਰ ਬਹੁਤ ਮਹਿੰਗੀ ਕਾਰ ਬਣੀ ਆ, ਮੇਰਾ ਖਿਆਲ ਆ ਉਹ ਪੋਰਸ਼ਾ ਜਾਂ ਲੈਂਬਰਗਿਨੀ ਆ। ਉਹ ਕਾਰ ਦਾ ਮਾਡਲ ਰੱਖਿਆ ਨਿਹੰਗ। ਉਹ ਕਹਿੰਦੇ ਬਹੁਤ ਸੇਫ ਆ, ਬਹੁਤ ਪ੍ਰੋਟੈਕਟਿਵ ਆ, ਔਰ ਜਿਹੜੀ ਨਿਹੰਗ ਦੇ ਵਿੱਚ ਕੋਈ ਬੰਦਾ ਬੈਠਾ ਹੋਊ
ਉਹਨੂੰ ਐਕਸੀਡੈਂਟ ਦੇ ਸੂਰਤ ਦੇ ਵਿੱਚ ਕੋਈ ਆਂਚ ਨਹੀਂ ਆ ਸਕਦੀ। ਉਹਦਾ ਮਾਡਲ ਦਾ ਨਾਂ ਉਹਨਾਂ ਨੇ ਨਿਹੰਗ ਰੱਖਿਆ। ਨਿਹੰਗ ਸ਼ਾਇਦ ਪਰਸ਼ੀਅਨ ਵਰਡ ਹੈ ਇਹਦਾ ਮਤਲਬ, ਸ਼ਾਇਦ ਮਗਰਮੱਛ ਕੁਛ ਇਦਾਂ ਦਾ ਹੈ ਇਹਦਾ। ਅੱਛਾ ਜੀ। ਹਾਂ, ਮੈਂ ਸ਼ੋਰ ਨਹੀਂ ਹਾਂ, ਪਰ ਇਦਾਂ ਕੁਛ ਹੈ ਇੱਦਾਂ। ਪਰ ਸਭ ਜਦੋਂ ਇਹ ਫਿਰ ਮਿਸਲਾਂ ਬਣ ਗਈਆਂ ਤੇ ਇਸ ਤਰ੍ਹਾਂ ਆਪਰੇਟ ਕਰਨ ਲੱਗੇ ਤੇ ਅਕਾਲ ਤਖਤ ਸਾਹਿਬ ਵਿਖੇ ਫੈਸਲਾ ਕਰਕੇ ਨਿਕਲਦੇ ਤੇ ਫਿਰ ਸਭ ਤੇ ਲਾਗੂ ਹੋ ਸਾਰਿਆਂ ਤੇ ਉਹ ਫੈਸਲਾ ਲਾਗੂ ਹੋ ਜਾਣਾ ਜੀ। ਕਿਸੇ ਦੇ ਵਿੱਚ ਇਹ ਜ਼ਰੂਰਤ ਨਹੀਂ ਹੈ ਕਿ ਉਸ ਫੈਸਲੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਜਿਹੜਾ ਲਿਆ ਗਿਆ ਫੈਸਲਾ ਉਹਦੀ ਉਲੰਘਣਾ ਕਰੇ ਜਾ ਕੇ। ਇੱਕ ਉਹਦੇ ਦੇ ਵਿੱਚ ਇਹ ਸੀ ਥਿੰਨ ਸਾਹਿਬ ਜਿਹੜੇ ਲੀਡਰ ਸੀਗੇ ਉਹਨਾਂ ਲਈ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਸੀ। ਅੱਛਾ, ਉਹਨਾਂ ਲਈ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਸੀ। ਕਈ ਵਿਦਵਾਨ ਇਹ ਕਹਿੰਦੇ ਆ ਜਾ ਕੇ ਵੀ ਜਿਹੜੇ ਸੋਲਜਰ ਸੀ ਉਹਨਾਂ ਲਈ ਵੀ ਅੰਮ੍ਰਿਤਧਾਰੀ ਜ਼ਰੂਰੀ ਸੀ, ਪਰ ਜਿੱਥੇ ਤੱਕ ਮੈਂ ਪੜ੍ਹਾਇਆ ਜਾ ਕੇ ਉਹਨਾਂ ਲਈ ਜ਼ਰੂਰੀ ਨਹੀਂ ਸੀ। ਪਰ ਕਈ ਇਹ ਜਿਹੜੇ ਸਿੱਖ ਇਤਿਹਾਸਕਾਰ ਉਹ ਕਹਿੰਦੇ ਆ ਵੀ ਸਾਰਿਆਂ ਲਈ ਜ਼ਰੂਰੀ ਸੀ, ਪਰ ਨਹੀਂ। ਉਹਦਾ ਹੁਣ ਟੋਟਲ ਜਿਹੜੀ ਸਟਰੈਂਥ ਆਪਾਂ ਜਾਂ ਸਿੱਖ ਮਿਸਲਾਂ ਦੀ ਦੇਖਦੇ ਆ, ਟੋਟਲ ਸਟਰੈਂਥ 70,000 ਸੀ। ਅੱਛਾ, ਕਿਸੇ को 2,000, ਕਿਸੇ को 5,000, ਕਿਸੇ को 10,000। ਹੁਣ ਸ਼ੁਕਰ ਚੱਕੀਆਂ ਮਿਸਲ ਕੋਈ ਜ਼ਿਆਦਾ ਸੀ, ਭੰਗੀਆਂ ਕੋਲ ਜ਼ਿਆਦਾ ਸੀਗੇ, ਕਈਆਂ ਕੋ ਥੋੜੇ ਸੀ। ਟੋਟਲ 70,000 ਘੋੜਸਵਾਰ ਸੀਗੇ ਸਿੱਖ ਮਿਸਲਾਂ ਕੋ ਜਿਸ ਵੇਲੇ ਇਹ ਲੜੇ ਉਹਦੇ ਨਾਲ। ਹੁਣ ਉਹ 'ਚ ਜਿੱਦਾਂ ਮੈਂ ਪਹਿਲਾਂ ਦੱਸ ਚੁੱਕਾ ਜੀ, ਪਿਆਦਾ ਫੌਜ ਤਾਂ ਹੈ ਹੀ ਨਹੀਂ ਸੀ, ਕਿਉਂਕਿ ਪਿਆਦਾ ਜਿਹੜਾ ਸੀ ਘੋੜੇ ਤੋਂ ਬਿਨਾਂ ਲੜਨਾ ਜਿਹੜਾ ਸਿੱਖ ਬਹੁਤ ਇਨਸਲਟ ਸਮਝਦਾ ਸੀ, ਬੇਇੱਜ਼ਤੀ ਸਮਝਦਾ ਸੀ ਵੀ ਉਹ ਕੋਈ ਸੋਲਜਰ ਹੈ ਕੋਈ ਜਿਹਦੇ ਕੋਲ ਘੋੜਾ ਹੀ ਹੈ ਨਹੀਂ ਆਪਣਾ, ਜਾ ਕੇ ਉਹ ਘੋੜੇ ਤੇ ਲੜਦੇ ਸੀ। ਉਹ ਇਹਨਾਂ ਦੀ ਸਾਰੀ ਜਿਹੜੀ ਸਟਰੈਂਥ ਸੀਗੀ। ਘੋੜਾ ਨਾ ਤੇਰੇ ਕੋਲ ਵਿੱਚ ਫੌਜੀ ਕਾਦਾ, ਇਹ ਗੀਤ ਵੀ ਚੱਲੇ ਜੀ। ਹਾਂਜੀ। ਤੇ ਜਿਹੜਾ ਮੋਡ ਆਫ ਫਾਈਟਿੰਗ ਸੀਗਾ, ਮੋਡ ਆਫ ਫਾਈਟਿੰਗ ਇਹਨਾਂ ਦਾ ਇਹ ਪਿਚਡ ਬੈਟਲ ਨਾ ਸੀ ਕਰਦੇ ਹੈ, ਯਾਨੀ ਆਮਣੋ ਸਾਹਮਣੇ ਲੜਾਈ ਜਿਹੜੀ ਸੀ ਉਹ ਨਾ ਸੀ ਮਿਸਲਾਂ ਵਾਲੇ ਕਰਦੇ ਜੀ। ਇਹ ਗੁਰੀਲਾ ਵਾਰਫੇਅਰ ਕਰਦੇ ਸੀ ਜੀ। ਗੁਰੀਲਾ ਵਾਰਫੇਅਰ ਇਹ ਕਰਨਾ ਵੀ ਜਿੱਦਾਂ ਫਰਜ਼ ਕਹੋ ਨਾਦਰ ਸ਼ਾਹ ਵੀ ਗਿਆ, ਨਾਦਰ ਸ਼ਾਹ ਦੀ ਫੌਜ ਲੰਘ ਗਈ, ਜਦ ਉਹਦਾ ਫੌਜ ਦਾ ਪਿਛਲਾ ਹਿੱਸਾ ਆਇਆ ਜਿਹਦੇ ਵਿੱਚ ਕਿ ਰਾਸ਼ਨ ਹੁੰਦਾ ਸੀ ਤੇ ਦੂਜੇ ਹੁੰਦੇ ਉਹਦੇ ਤੇ ਅਟੈਕ ਕਰਤਾ ਜੀ। ਇੱਕ ਤਾਂ ਰਾਸ਼ਨ ਲੁੱਟ ਲਿਆ, ਇੱਕ ਉਹ ਜਿਹੜੇ ਰਾਸ਼ਨ ਦੇ ਰਸੋਈਏ ਹੁੰਦੇ ਸੀ ਉਹ ਤਾਂ ਐਡੇ ਫਾਈਟਰ ਹੁੰਦੇ ਹੀ ਨਹੀਂ ਸੀ ਜੀ, ਉਹਨਾਂ ਦਾ ਨੁਕਸਾਨ ਪਹੁੰਚਾ ਕੇ ਜਿਸ ਵੇਲੇ ਫਿਰ ਪਿੱਚ ਦੀ ਲੜਾਈ ਲੱਗੀ ਇਹ ਫਿਰ ਇਹ ਦੌੜ ਜਾਣਾ ਉਹਨੇ ਜਾ ਕੇ। ਇੱਕ ਦੌੜਨ ਦੇ ਉਸ ਵੇਲੇ ਅਸੀਂ ਉਸ ਵੇਲੇ ਪੰਜਾਬ ਦੇ ਵਿੱਚ ਜੰਗਲ ਬਹੁਤ ਹੁੰਦੇ ਸੀ, ਇਹ ਹੁਣ ਵਾਲਾ ਪੰਜਾਬ ਨਹੀਂ ਸੀ ਹੈ। ਇਹ ਤਾਂ ਤੁਸੀਂ ਦੇਖੋ, ਇੱਕ ਵਾਰ ਮੈਂ ਪੜ੍ਹਦਾ ਸੀ ਤਾਂ ਉਹਦੇ 'ਚ ਆਇਆ ਵੀ ਮਹਾਰਾਜਾ ਰਣਜੀਤ ਸਿੰਘ ਜਲੰਧਰ ਦੇ ਕੋਲ ਸ਼ੇਰ ਦਾ ਸ਼ਿਕਾਰ ਕਰਨ ਆਏ। ਫਿਰ ਮੈਂ ਅੰਦਾਜ਼ਾ ਲਿਆ ਵੀ ਇੱਥੇ ਫਿਰ ਬਹੁਤ ਜੰਗਲ ਘਣੇ ਹੁਣ ਤਾਂ ਹੀ ਉਹ ਆਏ ਉੱਥੇ ਦਾ। ਸੋ ਲੱਖੀ ਜੰਗਲ ਬਠਿੰਡੇ ਵਾਲ ਵੀ, ਇੱਧਰ ਕਾਹਨੂੰ ਵਾਲੇ ਦੇ ਜੰਗਲ ਬਹੁਤ ਸੀ ਪੰਜਾਬ ਦੇ ਵਿੱਚ। ਉਸ ਵੇਲੇ ਸਿੱਖਾਂ ਨੂੰ ਫਿਰ ਉਹਦਾ ਇਹ ਫਾਇਦਾ ਹੁੰਦਾ ਸੀ ਵੀ ਉਹਦੇ ਵਿੱਚ ਮਿਸਲਾਂ ਵਾਲੇ ਜਾ ਕੇ ਲੁਕ ਜਾਂਦੇ ਸੀ, ਉਹਦੇ ਵਿੱਚ ਉਹਨਾਂ ਤੋਂ ਪਰਸਿਊ ਨਹੀਂ ਸੀ ਕਰ ਹੁੰਦਾ ਜੀ। ਇਹ ਇਹਨਾਂ ਦਾ ਐਡਵਾਂਟੇਜ ਸੀਗਾ ਵੀ ਉਹ ਜਾ ਕੇ ਉੱਥੋਂ ਜਾ ਕੇ ਉਹਦੇ ਗੁਰੀਲਾ ਵਾਰਫੇਅਰ ਚੱਲ ਜਾਂਦੇ ਸੀ। ਇੱਕ ਇਹ ਮੇਰਾ ਖਿਆਲ 6ਵੇਂ ਜਾਂ 7ਵੇਂ ਹਮਲੇ ਦੀ ਗੱਲ ਆ, ਕਾਜ਼ੀ ਨੂਰ ਮੁਹੰਮਦ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਆਏ, ਉਹ ਲਿਖਦੇ ਵੀ ਸੀਗੇ ਕਾਜ਼ੀ ਨੂਰ ਮੁਹੰਮਦ ਸਿੱਖਾਂ ਨੂੰ ਬਹੁਤ ਹੇਟ ਕਰਦਾ ਜੀ। ਅੱਛਾ, ਉਹ ਆਪਣੀਆਂ ਲਿਖਤਾਂ ਦੇ ਵਿੱਚ ਕੁੱਤੇ ਲਿਖਦਾ ਸਿੱਖਾਂ ਨੂੰ ਜਾ ਕੇ, ਇੰਨੀ ਉਹਦੇ ਮਨ 'ਚ ਨਫ਼ਰਤ ਹੈ ਜਿਹਨਾਂ ਦੀ ਪਤੀ। ਉਹਦੇ ਵਿੱਚ ਉਹ ਇੱਕ ਥਾਂ ਲਿਖਦਾ, ਉਹ ਕਹਿੰਦਾ ਇਹ ਜਿਹੜੇ ਹੈਗੇ ਆ ਜਦੋਂ ਇਹ ਕਹਿੰਦਾ ਤੁਹਾਡੇ ਨਾਲ ਲੜਦੇ ਦੌੜ ਜਾਂਦੇ ਆ ਨਾ, ਡੋਂਟ ਥਿੰਕ ਵੀ ਇਹ ਹਾਰ ਕੇ ਦੌੜੇ ਆ, ਇਹ ਇਹਨਾਂ ਦਾ ਲੜਨ ਦਾ ਢੰਗ ਆ। ਉਹ ਕਹਿੰਦਾ ਇਹ ਇਦਾਂ ਕਰਦੇ ਆ, ਜਿਸ ਵੇਲੇ ਇਹਨਾਂ ਦੇ ਉੱਤੇ ਥੋੜੇ ਹੱਲਾ ਹੁੰਦਾ ਫਿਰ ਉਹ ਵਿੱਚ ਛੱਡ ਕੇ ਦੌੜ ਜਾਂਦੇ ਆ, ਔਰ ਜਦ ਕਹਿੰਦਾ ਤੁਸੀਂ ਫੇਰ ਤੁਰਨ ਲੱਗ ਪੈਣੇ ਜੀ, ਫੇਰ ਆ ਕੇ ਅਟੈਕ ਕਰ ਦੇਣਾ ਤੁਹਾਡੇ ਤੇ। ਸੋ ਗਰੀਲਾ ਵਾਰਫੇਅਰ ਜਿਹੜੀ ਹੈਗੀ ਉਹਨੇ ਲੜੀ ਆ, ਪਿਚਡ ਬੈਟਲ ਨਹੀਂ ਉਹਨੇ ਲੜੀ ਥਰੂ ਆਊਟ ਜਾ ਕੇ। ਇਹਦੇ ਵਿੱਚ ਆਮਦਨ ਜਿਹੜੀ ਇਹਨਾਂ ਨੂੰ ਸੀਗਾ ਨਾ, ਇੱਕ ਤਾਂ ਲੁੱਟ ਮਾਰ ਦੀ ਆਮਦਨ ਸੀ ਜਿਹੜੀ ਸੋਲਜਰਾਂ ਨੂੰ ਦਿੰਦੇ ਸੀ, ਇੱਕ ਫਿਰ ਜਿਸ ਵੇਲੇ ਫਿਰ ਸਿੱਖ ਮਿਸਲਾਂ ਨਾਲ ਆਵਾਂਗੇ ਉੱਥੇ ਕਬਜ਼ਾ ਹੋ ਗਿਆ ਪੰਜਾਬ ਦੇ ਵਿੱਚ। ਜਿਸ ਵੇਲੇ ਪੰਜਾਬ ਦੇ ਵਿੱਚ ਕਬਜ਼ਾ ਹੋ ਗਿਆ ਤਾਂ ਇਹਨੇ ਫਿਰ ਇੱਕ ਰਾਖੀ ਸਿਸਟਮ ਲਾਗੂ ਕੀਤਾ। ਅੱਛਾ, ਹਾਂ, ਉਹ ਰਾਖੀ ਸਿਸਟਮ ਇਹ ਸੀਗਾ, ਉਹਨੇ ਪਿੰਡ ਵਾਲਿਆਂ ਨੂੰ ਕਹਿਣਾ, ਜਿਹੜੇ ਉਹ ਸਰਦਾਰ ਦੇ ਮਿਸਲ ਦੇ ਏਰੀਏ ਦੇ ਅੰਦਰ ਪਿੰਡ ਹੈਗੇ ਆ, ਉਹ ਪਿੰਡ ਵਾਲਿਆਂ ਨੂੰ ਕਹਿਣਾ ਵੀ ਅਸੀਂ ਤੁਹਾਡੀ ਪ੍ਰੋਟੈਕਸ਼ਨ ਕਰਦੇ ਹਾਂ, ਤੁਹਾਡੇ ਤੇ ਕੋਈ ਬਾਹਰੋਂ ਹਮਲਾਵਰ ਆਊਗਾ ਅਸੀਂ ਤੁਹਾਡੀ ਰੱਖਿਆ ਕਰਾਂਗੇ। ਜੇ ਕਣਕ ਦੀਆਂ 5 ਬੋਰੀਆਂ ਕਮਾਈਆਂ ਤੇ ਇੱਕ ਸਾਨੂੰ ਦੇਣੀ ਵਿੱਚੋਂ ਸਰਦਾਰ ਨੂੰ ਦੇਣੀ ਆ। ਇਹ ਇਦਾਂ ਹੀ ਸਿਸਟਮ ਮਰਹੱਟਿਆਂ ਦਾ ਇੱਕ ਸਿਸਟਮ ਹੁੰਦਾ ਸੀ ਚੌਥ, ਉਹ ਮਰਹੱਟੇ ਚੌਥਾ ਹਿੱਸਾ ਲੈਂਦੇ ਹੁੰਦੇ ਸੀਗੇ। ਸੋ ਇਹ ਜਿਹੜੇ ਸਿੱਖਾਂ ਨੇ ਫਿਰ ਰਾਖੀ ਸਿਸਟਮ ਦੇ ਰਾਹੀਂ ਇਹ ਸ਼ੁਰੂ ਕੀਤਾ ਵੀ 5ਵਾਂ ਹਿੱਸਾ ਸਾਨੂੰ ਦੇਣਾ, ਅਸੀਂ ਤੁਹਾਡੀ ਪ੍ਰੋਟੈਕਸ਼ਨ ਕਰਾਂਗੇ। ਉਹ ਫਿਰ ਲੋਕ ਜਿਹੜੇ ਸੀਗੇ ਉਹ ਵਿਲਿੰਗਲੀ ਦੇ ਦਿੰਦੇ ਸੀ, ਉਹ ਦੇ ਦਿੰਦੇ ਸੀ ਵਿਲਿੰਗਲੀ ਵੀ ਠੀਕ ਹੈ ਸਾਨੂੰ ਜਿਹੜੀ ਆ ਉਹ, ਕਿਉਂਕਿ ਥਿੰਨ ਸਾਹਿਬ ਹਾਲ ਉਸ ਵੇਲੇ ਇਹ ਹੋ ਗਿਆ ਸੀ, ਮੈਂ ਤੁਹਾਨੂੰ ਦੱਸਾਂ ਪੰਜਾਬ ਦੇ ਵਿੱਚ ਕੁਝ ਸੇਫ ਹੈ ਹੀ ਨਹੀਂ ਸੀ। ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੇ ਇਹ ਕੁਝ ਕਰ ਦਿੱਤਾ ਸੀਗਾ। ਲੋਕਾਂ ਦੇ ਵਿੱਚ ਆਮ ਹੀ ਇਹ ਗੱਲ ਪ੍ਰਚਲਿਤ ਸੀ, ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ, ਇਹੀ ਕਰਦਾ ਹੋ ਸੀ। ਇੰਨੀ ਅਫੜਾ ਦਫੜੀ ਪੰਜਾਬ 'ਚ ਫੈਲੀ ਹੋਈ ਸੀ। ਫਿਰ ਸਿੱਖ ਮਿਸਲਾਂ ਨੇ ਆ ਕੇ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਤਾਂ ਹੁਣ ਮੇਰਾ ਖਿਆਲ ਆਪਾਂ ਹੁਣ ਇੱਥੇ ਤੱਕੇ ਕਰ ਲੈਂਦੇ ਹਾਂ। ਅਗਲੀ ਵਾਰ ਫਿਰ ਆਪਾਂ ਅਬਦਾਲੀ ਦੇ ਜਿਹੜੇ ਹਮਲੇ ਉੱਥੋਂ ਸ਼ੁਰੂ ਕਰਾਂਗੇ। ਜੋ ਅਬਦਾਲੀ ਦਾ ਪਹਿਲਾ ਹਮਲਾ 1748 ਕਹਿ ਲਓ ਤਾਂ ਸ਼ੁਰੂ ਤੋਂ 1747 'ਚ ਕੀਤਾ ਸੀ, ਪਰ 1748 ਦੇ ਵਿੱਚ ਜਦੋਂ ਮੀਰ ਮਨੂੰ ਪੰਜਾਬ ਦਾ ਗਵਰਨਰ ਸੀਗਾ ਉਸ ਵੇਲੇ ਪਹਿਲੇ ਹਮਲੇ ਤੋਂ ਉਹ ਸ਼ੁਰੂ ਕਰਾਂਗੇ। ਹੁਣ ਆਪਾਂ ਇੱਥੇ ਤੱਕ 6 ਜਾਂ 7 ਹਮਲੇ ਕੀਤੇ ਜੀ,
ਸਹੀ ਮੈਨੇ ਤਾਂ ਮੇਰੇ ਖਿਲਾਫ 8-9 ਕੀਤੇ ਹੋਣ, ਪਰ ਮਗਰਲੇ ਹਮਲੇ ਜਿਹੜੇ ਉਹਦੇ ਫਿਰ ਬਹੁਤੇ ਐਡੇ ਨਹੀਂ ਹੁੰਦੇ ਹੈ। ਪਹਿਲੇ 6 ਹਮਲੇ ਜਿਹੜੇ ਉਹਦੇ ਜ਼ਿਆਦਾ ਮੈਂ ਸਮਝਦਾ ਮਹੱਤਵਪੂਰਨ ਸੀਗੇ। ਪਰ ਇਹ ਗੱਲ ਠੀਕ ਹੈ ਕਿ ਆਪਾਂ ਅੱਗੇ ਚੱਲ ਕੇ ਡਿਸਕਸ ਵੀ ਕਰਾਂਗੇ ਵੀ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ ਨੂੰ ਲੁੱਟ ਲੈਂਦਾ, ਸਿੱਖ ਅਹਿਮਦ ਸ਼ਾਹ ਅਬਦਾਲੀ ਨੂੰ ਲੁੱਟ ਲੈਂਦੇ। ਸਿੱਖਾਂ ਕੋਲੋਂ ਕੀ ਲੁੱਟਣਾ ਸੀ, ਉਸ ਵੇਲੇ ਮਿਸਰਾਂ ਦੇ ਕੋਲ ਹੈ ਹੀ ਨਹੀਂ ਸੀ ਇਹ। ਬਾਅਦ ਦੇ ਵਿੱਚ ਜਿਸ ਵੇਲੇ ਸਿੱਖਾਂ ਦੇ ਕੋਲ ਸਮਝੋ ਆਪਾਂ ਕਬਜ਼ਾ ਹੋ ਗਿਆ, ਪੰਜਾਬ ਤੇ ਕਬਜ਼ਾ ਹੋ ਗਿਆ, ਉਸ ਵੇਲੇ ਉਧਰ ਅਫਗਾਨਾਂ ਦਾ ਹਾਲ ਬੜਾ ਮੰਦਾ ਹੋ ਗਿਆ। ਅਹਿਮਦ ਸ਼ਾਹ ਅਬਦਾਲੀ ਦੀ ਡੈਥ ਹੋ ਗਈ 1772 ਦੇ ਵਿੱਚ, ਕੈਂਸਰ ਨਾਲ। ਹਾਂਜੀ, ਕੈਂਸਰ ਨਾਲ ਡੈਥ ਹੋ ਗਈ। ਤੇ ਬਾਕੀ ਜਿਹੜਾ ਹੈਗਾ ਉਹ ਸਿੱਖ ਤਕੜੇ ਹੋ ਗਏ। ਛੇਤੀ ਬਾਅਦ ਫਿਰ ਮਹਾਰਾਜਾ ਰਣਜੀਤ ਸਿੰਘ ਆ ਜਾਂਦੇ। ਠੀਕ ਹੈ ਜੀ, ਆਪਾਂ ਅਗਲੀ ਵਾਰੀ ਫੇਰ ਇਸ ਤੋਂ ਸ਼ੁਰੂ ਕਰਾਂਗੇ। ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਥੈਂਕ ਯੂ। 1992 ਤੋਂ ਵਿਜ਼ਨ ਟੀਵੀ ਤੇ ਤੁਸੀਂ ਵੇਖਦੇ ਆ ਰਹੇ ਹੋ ਪ੍ਰੋਗਰਾਮ ਦੇਸ਼ ਪ੍ਰਦੇਸ਼। ਧਾਰਮਿਕ, ਸਮਾਜਿਕ, ਰਾਜਨੀਤਿਕ ਸੈਗਮੈਂਟਸ ਦੇ ਨਾਲ ਨਾਲ ਪਰਿਵਾਰਕ ਗੀਤ, ਸੰਗੀਤ ਅਤੇ ਮਨੋਰੰਜਨ ਦਾ ਗੁਲਦਸਤਾ ਹਰ ਸ਼ਨੀਵਾਰ ਦੀ ਸ਼ਾਮ 6 ਵਜੇ ਪੈਸੀਫਿਕ ਅਤੇ 9 ਵਜੇ ਈਸਟਰਨ। ਦੇਸ਼ ਪ੍ਰਦੇਸ਼। ਉਮੀਦ ਕਰਦਾ ਹਾਂ ਸਾਡਾ ਅੱਜ ਦਾ ਪ੍ਰੋਗਰਾਮ, ਸਾਡੀ ਅੱਜ ਦੀ ਕੋਸ਼ਿਸ਼ ਵੀ ਸਾਡੇ ਦਰਸ਼ਕਾਂ ਨੂੰ ਪਸੰਦ ਆ ਰਹੀ ਹੋਵੇਗੀ। ਸਿੱਖ ਇਤਿਹਾਸ ਦੇ ਪੰਨਿਆਂ 'ਚੋਂ ਲੜੀਵਾਰ ਸੈਗਮੈਂਟ ਸਾਡੇ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ। ਕੋਸ਼ਿਸ਼ ਰਹੇਗੀ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਨੂੰ ਚਾਲੂ ਰੱਖੀਏ। ਪ੍ਰੋਗਰਾਮ ਦੇ ਆਖਰ ਦੇ ਵਿੱਚ ਅਨਮੋਲ ਯਾਦਾਂ ਦੇ ਵਿੱਚੋਂ ਇੱਕ ਅਨਮੋਲ ਯਾਦ, ਸਦਾਬਹਾਰ ਗੀਤਾਂ ਦੇ ਵਿੱਚੋਂ ਇੱਕ ਗੀਤ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਜੀ ਦੀ ਆਵਾਜ਼ ਦੇ ਵਿੱਚ ਸ਼ਾਮਲ ਕਰਦੇ ਹਾਂ, ਜਿਸ ਦੇ ਨਾਲ ਹੀ ਹੋ ਜਾਵੇਗੀ ਪ੍ਰੋਗਰਾਮ ਦੀ ਸਮਾਪਤੀ। ਬਲਜਿੰਦਰ ਸਿੰਘ ਅਟਵਾਲ ਨੂੰ ਅਗਲੇ ਹਫ਼ਤੇ ਤੱਕ ਇੱਥੇ ਹੀ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ। ਇਨਾਂ ਅੱਖੀਆਂ ਚ ਪਾਵਾਂ ਕਿਵੇਂ ਕਜਲਾਵੇ, ਅੱਖੀਆਂ ਚ ਤੂੰ ਵਸਦਾ, ਇਨਾਂ ਅੱਖੀਆਂ ਚ ਪਾਵਾਂ ਕਿਵੇਂ ਕਜਲਾਵੇ, ਅੱਖੀਆਂ ਚ ਤੂੰ ਵਸਦਾ, ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂੰਹ ਵੇ, ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂੰਹ ਵੇ, ਬੁੱਲੀਆਂ ਚ ਨਾ ਤੇਰਾ, ਅੱਖੀਆਂ ਚ ਤੂੰ ਵੇ, ਅੱਖੀਆਂ ਚ ਤੂੰ ਵੇ, ਜਦੋਂ ਹੱਸਦੀ ਭੁਲੇਖਾ ਮੈਨੂੰ ਪੈ ਜਾਵੇ, ਹਾਸਿਆਂ ਚ ਤੂੰ ਹੱਸਦਾ, ਇਨਾਂ ਅੱਖਾਂ ਪਾਵਾਂ ਕਿਵੇਂ ਕਜਲਾਵੇ, ਅੱਖੀਆਂ ਚ ਤੂੰ ਵਸਦਾ। ਲੰਮੀਆਂ ਸੀ ਵਾਟਾਂ ਚੰਨਾ ਮੇਰੇ ਨੇੜੇ ਆਇਆ, ਲੰਮੀਆਂ ਸੀ ਵਾਟਾਂ ਚੰਨਾ ਮੇਰੇ ਨੇੜੇ ਆਇਆ, ਤੂੰ ਅੱਖੀਆਂ ਤੇ ਰਹੀਆਂ, ਦਿਲ ਚ ਸਮਾਇਆ, ਤੂੰ ਦਿਲ ਚ ਸਮਾਇਆ, ਜਦੋਂ ਪੁੱਛਦੀਆਂ ਪਿਆਰ ਦੀਆਂ ਗੱਲਾਂ ਵੇ, ਹੌਲੀ ਹੌਲੀ ਤੂੰ ਦੱਸਦਾ, ਇਨਾਂ ਅੱਖਾਂ ਪਾਵਾਂ ਕਿਵੇਂ ਕਜਲਾਵੇ, ਅੱਖੀਆਂ ਚ ਤੂੰ ਵਸਦਾ। ਸਵੇਰਾ ਵੇ, ਕੰਮ ਸੱਤ ਤੂੰ